ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰ ਅੰਗਦ ਦੋਖ ਨੀਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਿਕ ਬਿਗਨਨ ਕੇ ਨਾਸਿਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਿਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਬੰਦੋਹਾਂ ਬਾਰ ਬਾਰ ਜਗਦੀਸ਼। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਹ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸੁਨ ਕਰ ਸਰਾ ਫਾਸ ਕੇ ਬੰਦੇ। ਨੌ ਰੰਗ ਸੰਗ ਭਨੈ ਮਤ ਅੰਦੇ। ਰਾਖੋ ਕੈਦ ਤਾੜ ਨਾ ਲਹੇ। ਸਰਬ ਪ੍ਰਕਾਰ ਕਠਨ ਹੋਏ ਰਹੇ। ਪਰਮ ਸਨਮਾਨਯੋਗ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰ ਹਜੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗੀ ਜਨੋ, ਆਓ ਮਹਾਰਾਜ ਜੀ ਕੀ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਸਤਿਗੁਰੂ ਜੀ ਕੇ ਇਹਨਾਂ ਪਵਿੱਤਰ ਸਥਾਨਾਂ ਤੇ ਆਪ ਸੰਗਤ ਰੋਜ਼ਾਨਾ ਪਿਆਰ ਸਹਿਤ ਸਰਵਣ ਕਰਦੇ ਹੋ। ਚੱਲਦੀ ਆ ਰਹੀ ਲੜੀ ਤਹਿ ਥੋੜ੍ਹਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਮਹਾਰਾਜ ਜੀ ਤੋਂ ਆਗਿਆ ਲਈਏ ਗੁਰੂ ਫਤਿਹ ਨਾਲ ਸਾਂਝ ਪਾਉਣੀ। ਫਤਿਹ ਪ੍ਰਵਾਨਣਾ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਜਿਸ ਵਕਤ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਹੁਕਮਾਂ ਨਾਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰਵਾਇਆ, ਉਸ ਤੋਂ ਉਪਰੰਤ ਆਪਣੀ ਕਚਹਿਰੀ ਦੇ ਅੰਦਰ ਜਿੱਥੇ ਹੋਰ ਬਹੁਤ ਸਾਰੇ ਕਾਜੀ ਮੁਲਾਣੇ ਸ਼ਾਹੀ ਐਲਕਾਰ ਆਦਿਕ ਬੈਠੇ ਨੇ, ਉਹਨਾਂ ਸਭ ਦੇ ਸਨਮੁਖ ਕਰਕੇ ਮਹਾਰਾਜ ਜੀ ਨੂੰ ਕਚਹਿਰੀ ਦੇ ਅੰਦਰ ਬੁਲਾ ਕਰਕੇ ਤੇ ਸਵਾਲ ਪੁੱਛਣੇ ਸ਼ੁਰੂ ਕੀਤੇ। ਬਹੁਤ ਸਾਰੀਆਂ ਵਿਚਾਰਾਂ ਹੋਈਆਂ। ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਬਾਦਸ਼ਾਹ ਕਿ ਸਾਨੂੰ ਦੱਸੋਗੇ ਐਸਾ ਕਿਹੜਾ ਕਾਰਜ ਹੈ ਜਿਹੜਾ ਤੁਹਾਥੋਂ ਨਹੀਂ ਹੋਇਆ ਤੇ ਤੁਸੀਂ ਸਾਥੋਂ ਕਰਵਾਉਣਾ ਚਾਹੁੰਦੇ ਹੋ।
ਫਿਰ ਉਹਨੇ ਆਪਣੇ ਅੰਦਰ ਦੀ ਗੱਲ ਦੱਸੀ ਵੀ ਮੈਂ ਇਸ ਧਰਤੀ ਤੇ ਕੇਵਲ ਇੱਕ ਹੀ ਮਜ਼ਹਬ ਦੀਨ ਇਸਲਾਮ ਦੇਖਣਾ ਚਾਹੁੰਦਾ, ਬਾਕੀ ਸਾਰੇ ਜਿਤਨੇ ਵੀ ਧਰਮ ਹਨ ਉਹਨਾਂ ਨੂੰ ਖਤਮ ਕਰਕੇ ਇਸਲਾਮੀ ਸ਼ਰ੍ਹਾ ਅੰਦਰ ਲਿਆਉਣਾ ਚਾਹੁੰਦਾ। ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਐਸਾ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਵਿਧਾਨ ਪਰਿਪੂਰਨ ਪਰਮਾਤਮਾ ਦਾ ਹੈ, ਜੋ ਉਸਨੇ ਆਪਣੀ ਮੌਜ ਵਿੱਚ ਬਣਾਇਆ ਸਾਜਿਆ ਜਾਂ ਜਿੱਥੇ ਜਿਸ ਨੂੰ ਲਾਇਆ ਹੈ, ਉਹਦੇ ਵਿੱਚ ਤਬਦੀਲੀ ਵੀ ਉਹ ਕੇਵਲ ਆਪ ਹੀ ਕਰ ਸਕਦਾ ਹੈ। ਕਿਸੇ ਬਾਦਸ਼ਾਹ ਕੋਲ ਐਸੀ ਤਾਕਤ ਨਹੀਂ ਹੈ, ਨਾ ਹੀ ਉਸਨੇ ਦਿੱਤੀ ਹੈ। ਸੋ ਜਿਵੇਂ ਮਹਾਰਾਜ ਉਸ ਨੂੰ ਸਮਝਾ ਰਹੇ ਸਨ, ਉਹ ਮੂੜ ਮੱਤ ਬਾਦਸ਼ਾਹ ਹੈ, ਉਸ ਦੀ ਅਕਲ ਦੇ ਅੰਦਰ ਇਹ ਬਾਤ ਬਿਲਕੁਲ ਵੀ ਨਹੀਂ ਆ ਰਹੀ। ਹੱਠ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਵਿਰੋਧਤਾ ਕਰ ਰਿਹਾ। ਸੋ ਕੁਝ ਸਮਾਂ ਵਿਚਾਰਾਂ ਚੱਲਦੀਆਂ ਨੇ। ਉਸ ਤੋਂ ਉਪਰੰਤ ਸਤਿਗੁਰੂ ਜੀਆਂ ਨੂੰ ਕਿਲੇ ਦੀ ਕੈਦ ਅੰਦਰ, ਬਿਖਮ ਕੈਦ ਅੰਦਰ, ਔਖੀ ਕੈਦ ਅੰਦਰ ਰੱਖਿਆ ਜਾਂਦਾ ਹੈ। ਤੇ ਜਿਸ ਬਿਗਦ ਕੈਦ ਅੰਦਰ ਰੱਖਦੇ ਹਨ, ਅੱਗੇ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰ ਰਹੇ ਹਨ, ਸੁਨ ਕਰ ਸ਼ਰਾ ਫਾਂਸ ਕੇ ਬੰਦੇ, ਨੌਰੰਗ ਸੰਗ ਭਨੈ ਮਤ ਮੰਦੇ। ਜਿਹੜੇ ਸ਼ਰਈ ਮਨੁੱਖ ਸਨ, ਸ਼ਰਾ ਦੇ ਵਿੱਚ ਬੰਨੇ ਹੋਏ ਜਿਹੜੇ ਸ਼ਾਹੀ ਅਹਿਲਕਾਰ ਨੇ, ਜਿਵੇਂ ਔਰੰਗਜ਼ੇਬ ਦੇ ਨਿੱਜੀ ਸਲਾਹਕਾਰ ਕਾਜੀ ਨੇ, ਮੌਲਾਣੇ ਨੇ, ਜਿਹੜੇ ਕਿ ਔਰੰਗਜ਼ੇਬ ਦੀ ਤਰ੍ਹਾਂ ਹੀ ਚਾਹੁੰਦੇ ਹਨ ਵੀ ਕੇਵਲ ਇਸਲਾਮ ਧਰਮ ਹੀ ਇਸ ਹਿੰਦੁਸਤਾਨ ਦੇਸ਼ ਅੰਦਰ ਹੋਵੇ। ਸ਼ਰ੍ਹਾ ਦੇ ਵਿੱਚ ਸ਼ਰ੍ਹਾ ਦੀ ਫਾਈ ਅੰਦਰ ਬੰਨੇ ਹੋਏ ਇਹ ਅੰਨੇ ਮਨੁੱਖ ਬਾਦਸ਼ਾਹ ਔਰੰਗਜ਼ੇਬ ਨੂੰ ਖੜੇ ਹੋ ਕਰਕੇ ਕਹਿਣ ਲੱਗੇ ਕਿ ਇੱਦਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋਰਾਂ ਨੇ ਨਹੀਂ ਮੰਨਣਾ। ਜੇਕਰ ਇਹਨਾਂ ਨੂੰ ਮਨਾਉਣਾ ਹੈ ਤੇ ਕੋਈ ਕਠਿਨ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਏ। ਰੱਖੋ ਕੈਦ ਤਾੜ ਨਾ ਲਹਿ, ਆਪਣੀ ਕੈਦ ਵਿੱਚ ਰੱਖੋ ਤੇ ਸਖਤ ਤਾੜ ਨਾ ਕਰੋ। ਸਖਤ ਤੋਂ ਭਾਵ ਹੈ ਔਖੀ ਕੈਦ, ਜਿੱਥੇ ਕੋਈ ਭੋਜਨ ਪ੍ਰਸ਼ਾਦ ਵੀ ਨਹੀਂ, ਹਰ ਵਕਤ ਸਿਪਾਹੀਆਂ ਦਾ ਪਹਿਰਾ, ਬੈਠਣ ਉੱਠਣ ਤੇ ਵੀ ਪਹਿਰਾ, ਸਰਵ ਪ੍ਰਕਾਰ ਕਠਿਨ ਹੋਏ ਰਹਿ। ਹਰ ਪ੍ਰਕਾਰ ਦੀ ਕਠਿਨਾਈ ਜਦੋਂ ਅਸੀਂ ਇਹਨਾਂ ਦੇ ਤਨ ਨੂੰ ਦੇਵਾਂਗੇ, ਜਿਵੇਂ ਇੱਕ ਮੁਲਜ਼ਮ ਨੂੰ ਦਿੱਤੀ ਜਾਂਦੀ ਹੈ, ਸੋ ਫਿਰ ਇਹ ਆਪਣੇ ਆਪ ਹੀ ਦੁਖੀ ਹੋ ਕਰਕੇ ਸਾਨੂੰ ਕਹਿਣਗੇ ਵੀ ਜੋ ਕੁਝ ਤੁਸੀਂ ਚਾਹੁੰਦੇ ਹੋ ਅਸੀਂ ਕਰਨ ਲਈ ਤਿਆਰ ਹਾਂ। ਸੋ ਇਸ ਦੇ ਵਿਚਾਰ ਕਰਕੇ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਲੇ ਦੀ ਕੈਦ ਅੰਦਰ ਪਾਉਂਦੇ ਹਨ। ਮਿਲ ਪੇ ਦੇਹੋ ਨਾ ਕਿਸ ਕੇ ਸੰਗ। ਮੌਲਾਣੇ ਬਾਦਸ਼ਾਹ ਨੂੰ ਕਹਿਣ ਲੱਗੇ ਵੀ ਐਸੀ ਸਖਤ ਸਜ਼ਾ ਦਿਓ ਵੀ ਕਿਸੇ ਨਾਲ ਮਿਲ ਵੀ ਨਾ ਸਕਣ, ਨਾ ਤੇ ਕੋਈ ਸਿੱਖ ਆ ਕੇ ਮਿਲ ਸਕੇ, ਨਾ ਕੋਈ ਸ਼ਾਹੀ ਮਨੁੱਖ ਇੱਥੋਂ ਦਾ, ਨਾ ਜਿਹੜੇ ਸਿੱਖ ਮਹਾਰਾਜ ਜੀ ਕੇ ਸੰਗ ਗਏ ਹੋਏ ਉਹਨਾਂ ਦੇ ਨਾਲ ਕਿਸੇ ਨਾਲ। ਐਸਾ ਇਕੱਲੇ ਸਥਾਨ ਤੇ ਇਕਾਂਤ ਵਿੱਚ ਕਿਤੇ ਇਹਨਾਂ ਨੂੰ ਤਾੜੋ ਤਾਂ ਜੋ ਕਿਸੇ ਨਾਲ ਵੀ ਮਿਲ ਨਾ ਸਕਣ ਜੀ। ਪਾਵਤ ਕਸ਼ਟ ਬੰਦ ਲਿਓ ਅੰਗ। ਅੰਗਾਂ ਨੂੰ ਬੰਨ ਦੇਵੋ, ਨੂੜ ਦੇਵੋ ਭਾਵ, ਤੇ ਜਿਸ ਕਰਕੇ ਤਨ ਨੂੰ ਬਹੁਤਾ ਕਸ਼ਟ ਹੋਵੇ ਜੀ। ਬਹੁ ਦਿਨ ਮੈਂ ਅਕਲਾਏ ਵਿਸਾਲੈ। ਤੇ ਕਈ ਦਿਨ ਇਸੇ ਤਰ੍ਹਾਂ ਹੀ ਇਸ ਸਜ਼ਾ ਵਿੱਚ ਰੱਖੋ, ਭਾਵ ਕੋਈ ਮਹੀਨਾ, 15 ਦਿਨ, 10 ਦਿਨ, ਜਦੋਂ ਤੱਕ ਮੰਨ ਨਹੀਂ ਜਾਂਦੇ। ਕਿਉਂਕਿ ਅਕਸਰ ਅਪਰਾਧੀ ਜਿਹੜੇ ਕੋਈ ਬਾਦਸ਼ਾਹ ਲੋਕ ਫੜਦੇ ਨੇ, ਉਹਨਾਂ ਨਾਲ ਐਸਾ ਹੀ ਸਲੂਕ ਕਰਿਆ ਕਰਦੇ ਨੇ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਕੋਈ ਅਪਰਾਧੀ ਤੇ ਹੈ ਨਹੀਂ, ਲੇਕਿਨ ਉਹ ਸੋਚ ਰਹੇ ਨੇ ਵੀ ਜੇ ਤਨ ਨੂੰ ਕਸ਼ਟ ਦੇਵਾਂਗੇ ਤੇ ਖੌਰੇ ਮਹਾਰਾਜ ਸਾਡੀ ਬਾਤ ਮੰਨ ਜਾਣਗੇ, ਸਾਡੇ ਅਨੁਸਾਰੀ ਹੋ ਕੇ ਵਰਤਣਗੇ। ਸੋ ਵਿਚਾਰ ਰਹੇ ਸਨ, ਬਹੁਤ ਦਿਨ ਮੈਂ ਕੁਲਾਏ ਵਿਸਾਲਾ, ਜਦੋਂ ਬਹੁਤ ਦਿਨ ਅਸੀਂ ਇੱਦਾਂ ਹੀ ਕਠਿਨ ਸਜ਼ਾ ਦੇਵਾਂਗੇ ਫਿਰ ਆਖੀਰ ਅੱਕ ਜਾਣਗੇ ਤੇ ਫਿਰ ਆਪ ਹੀ ਸਾਡੇ ਪਾਸ ਆ ਕੇ ਕਹਿਣਗੇ ਜੀ। ਕਹੇ ਤੁਮਾਰੇ ਮੈਂ ਤਬ ਚਾਲੈ। ਬਾਦਸ਼ਾਹ ਫਿਰ ਆਪਣੇ ਕਹੇ ਅਨੁਸਾਰ ਚੱਲਣਗੇ ਜੀ। ਬਾਦਸ਼ਾਹ ਜਿਵੇਂ ਤੁਸੀਂ ਕਹੋਗੇ ਨਾ ਫਿਰ ਉਸੇ ਅਨੁਸਾਰ ਹੀ ਇਹ ਸਭ ਕੁਝ ਕਰਨਗੇ ਜੀ। ਇਮ ਸ੍ਰੀ ਤੇਗ ਬਹਾਦਰ ਗਏ। ਇਸ ਬਿਦ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਇਹਨਾਂ ਕੈਦੀਆਂ ਨੇ, ਆਪਾਂ ਸ਼ਬਦ ਇਹਨਾਂ ਲਈ ਕੈਦੀ ਵਰਤਾਂਗੇ ਕਿਉਂਕਿ ਬੜੇ ਦੁਸ਼ਟ ਜ਼ਾਲਮ ਲੋਕ ਨੇ, ਸੋ ਧੀਰਤਾ ਦੀ ਮੂਰਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਰਾਗ੍ਰਹਿ ਮੈਂ ਬੈਠਤ ਭਏ। ਤੇ ਮਹਾਰਾਜ ਜੀਆਂ ਨੂੰ ਕਾਰਗ੍ਰਹਿ ਦੇ ਅੰਦਰ, ਭਾਵ ਇੱਕ ਵੱਖਰਾ ਸਥਾਨ ਹੁੰਦਾ ਜੇਲ੍ਹ ਦੇ ਅੰਦਰ, ਜਿੱਥੇ ਵਿਸ਼ੇਸ਼ ਕੈਦੀ ਨੂੰ ਹੀ ਬਿਠਾਇਆ ਜਾਂਦਾ ਹੈ। ਉੱਥੋਂ ਦਾ ਕੁਝ ਵੱਖਰਾ ਨਿਯਮ ਹੁੰਦਾ, ਉੱਥੇ ਕਿਸੇ ਨੂੰ ਕੋਈ ਵਿਸ਼ੇਸ਼ ਮਿਲਣ ਦੀ ਇਜਾਜ਼ਤ ਨਹੀਂ ਹੁੰਦੀ। ਬਹੁਤ ਥੋੜ੍ਹੀ ਜਿਹੀ ਸੀਮਤ ਜਗ੍ਹਾ ਹੁੰਦੀ ਹੈ, ਬੜੀ ਕਸ਼ਟਦਾਇਕ ਜਗ੍ਹਾ ਹੁੰਦੀ ਹੈ।
ਸੋ ਉਸ ਸਥਾਨ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਭੇਜਿਆ ਜਾਂਦਾ ਹੈ ਜੀ। ਦਿੱਲੀ ਨਗਰ ਬਸੈ ਸਿੱਖ ਗੁਰ ਕੇ। ਦਿੱਲੀ ਨਗਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸੰਗ ਪ੍ਰੇਮ ਕਰਨ ਵਾਲੇ ਹੋਰ ਵੀ ਬਹੁਤ ਸਾਰੇ ਸਿੱਖ ਵਸਦੇ ਨੇ, ਕਿਉਂਕਿ ਦਿੱਲੀ ਨਗਰ ਤੇ ਪਹਿਲੇ ਵੀ ਅਗੰਮੀ ਬਖਸ਼ਿਸ਼ ਕਿਰਪਾ ਹੈ। 8ਵੇਂ ਨਾਨਕ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਹੁਤ ਸਮਾਂ ਦਿੱਲੀ ਰਹੇ ਹਨ ਤੇ ਬਹੁਤ ਸਾਰਾ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਮਹਾਰਾਜ ਜੀਆਂ ਨੇ ਇਸ ਸਥਾਨ ਤੇ ਕੀਤਾ। ਬੜਾ ਪ੍ਰੇਮ ਹੈ ਸਿੱਖਾਂ ਦਾ। ਸੋ ਦਿੱਲੀ ਦੇ ਅੰਦਰ ਜਿਹੜੇ ਸਿੱਖ ਮਹਾਰਾਜ ਜੀ ਕੇ ਵਸਦੇ ਹਨ, ਧਾਰੈ ਪ੍ਰੇਮ ਭਾਉ ਦਿੜ ਉਰ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸੰਗ ਬੜਾ ਪ੍ਰੇਮ ਕਰਦੇ ਹਨ। ਬੜੇ ਭਾਵਨਾ ਵਾਲੇ ਸਿੱਖ ਹਨ, ਦਿਲੋਂ ਪਿਆਰ ਕਰਨ ਵਾਲੇ ਸਿੱਖ ਹਨ ਜਿਹੜੇ ਦਿੱਲੀ ਵਸਦੇ ਹਨ। ਇੱਕ ਸਿੱਖ ਨੇ ਗੁਰ ਹੇਤ ਆਹਾਰਾ। ਹੁਣ ਇੱਥੇ ਨਾ ਇੱਕ ਸਿੱਖ ਦਾ ਜ਼ਿਕਰ ਕਰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵਿੱਚ ਇੱਕ ਸਾਖੀ ਦਿੱਤੀ ਹੈ, ਇੱਕ ਭਾਵਨਾ ਵਾਲੇ ਸਿੱਖ ਦੀ ਹੈ, ਜਿਸ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸੇਵਾ ਹਿਤ ਭੋਜਨ ਤਿਆਰ ਕੀਤਾ ਹੈ। ਤੇ ਇੱਥੇ ਸਾਖੀ ਵਿੱਚ ਇਹ ਹਵਾਲਾ ਵੀ ਦਿੱਤਾ ਹੈ, ਮਹਾਰਾਜ ਭਾਵੇਂ ਕੈਦ ਵਿੱਚ ਸਨ, ਪਰੰਤੂ ਕੁਦਰਤੀ ਕੋਈ ਬਖਸ਼ਿਸ਼ ਐਸੀ ਹੈ, ਮਹਾਰਾਜ ਨੇ ਉਸ ਕੈਦ ਵਿੱਚੋਂ ਆ ਕੇ ਵੀ ਇਹ ਸਿੱਖ ਦਾ ਜਿਹੜਾ ਭੋਜਨ ਸੀ ਉਹ ਰਸਨਾ ਲਾਇਕ ਕੀਤਾ ਹੈ। ਹੁਣ ਜੇ ਅਸੀਂ ਇਹਨੂੰ ਉੱਦਾਂ ਵੇਖਾਂਗੇ ਨਾ ਸੰਸਾਰਿਕ ਦ੍ਰਿਸ਼ਟੀ ਦੇ ਨਾਲ, ਤੇ ਸਾਨੂੰ ਲੱਗੇਗਾ ਵੀ ਇਹ ਕਿੱਦਾਂ ਹੋ ਸਕਦਾ ਹੈ, ਕਰਾਮਾਤ ਹੈ। ਲੇਕਿਨ ਭਾਵਨਾ ਵਾਲਾ ਜਦੋਂ ਕੋਈ ਅੰਦਰੋਂ ਟਿਕ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੇ ਤੇ ਫਿਰ ਉੱਥੇ ਕਦੇ ਕਦੇ ਕੁਝ ਅਵਤਾਰ ਐਸੇ ਨੇ ਜਿਹੜੇ ਆਪਣੇ ਆਪ ਵਿੱਚ ਕੁਝ ਐਸੀ ਖੇਡ ਬਣਾ ਲੈਂਦੇ ਨੇ ਜਿਹੜੀ ਆਮ ਸਾਡੇ ਸੰਸਾਰਿਕ ਅਕਲ ਤੋਂ ਬਹੁਤ ਪਰਾਂ ਦੀ ਗੱਲ ਹੁੰਦੀ ਹੈ। ਹੁਣ ਇੱਥੇ ਜ਼ਿਕਰ ਕਰ ਰਹੇ ਨੇ ਇੱਕ ਸਿੱਖ ਹੈ ਦਿੱਲੀ ਦੇ ਅੰਦਰ ਵਸਣ ਵਾਲਾ, ਜਿਹੜਾ ਮਹਾਰਾਜ ਜੀ ਕੇ ਨਾਲ ਬਹੁਤ ਪ੍ਰੇਮ ਕਰਦਾ ਹੈ। ਤੇ ਜਦੋਂ ਤੋਂ ਪਤਾ ਲੱਗਿਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਗ੍ਰਿਫਤਾਰ ਹੋਏ ਨੇ, ਬੜੇ ਪ੍ਰੇਮ ਨਾਲ ਮਹਾਰਾਜ ਜੀਆਂ ਨੂੰ ਰੋਜ਼ ਯਾਦ ਕਰਦਾ, ਅਰਦਾਸਾਂ ਕਰਦਾ, ਬੇਨਤੀਆਂ ਕਰਦਾ, ਪੁਕਾਰ ਕਰਦਾ, ਮਹਾਰਾਜ ਮੈਂ ਆਪਣੇ ਹੱਥੀਂ ਪ੍ਰਸ਼ਾਦਾ ਬਣਾ ਕਰਕੇ ਆਪ ਜੀ ਕੇ ਰਸਨਾ ਲਾਇਕ ਕਰਵਾਉਣਾ, ਆਪ ਜੀਆਂ ਨੂੰ ਛਕਾਉਣਾ ਹੈ ਜੀ। ਕਾਰਨ ਹੋ ਤੋ ਤਿਨ ਹਿਰਦੇ ਵਿਚਾਰਾ। ਉਸਨੇ ਵਿਚਾਰ ਕਰ ਲਈ ਸੀ ਵੀ ਜੇ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਆਏ ਹੋਏ ਹਨ ਤੇ ਮਹਾਰਾਜ ਜੀਆਂ ਦੀ ਜਿਹੜੀ ਸੇਵਾ ਹੈ, ਇੱਕ ਦਿਨ ਆਪਣੇ ਹੱਥੀਂ ਘਰ ਭੋਜਨ ਪ੍ਰਸ਼ਾਦ ਤਿਆਰ ਕਰਕੇ ਤੇ ਮਹਾਰਾਜ ਜੀ ਕੇ ਰਸਨਾ ਲਾਏ ਕੇ ਭੋਜਨ ਜਿਹੜਾ ਹੈ, ਆਪਣਾ ਜਿਹੜਾ ਪ੍ਰਸ਼ਾਦ ਹੈ ਉਹ ਕਰਵਾਉਣਾ ਹੈ ਜੀ। ਅਬ ਤੋ ਪੁਰ ਮੈਂ ਸਤਿਗੁਰ ਰਹੈ। ਕਿਉਂਕਿ ਹੁਣ ਤੇ ਸਤਿਗੁਰੂ ਇਸ ਨਗਰ, ਇਸ ਦਿੱਲੀ ਸ਼ਹਿਰ ਵਿੱਚ ਵਸ ਹੀ ਰਹੇ ਹਨ, ਰਹਿ ਹੀ ਰਹੇ ਹਨ। ਜੋ ਸਿੱਖਿਆਨ ਕੇ ਸੁਆਮੀ ਹੈ। ਜਿਹੜੇ ਸਾਡੇ ਸਿੱਖਿਆਂ ਦੇ ਸੁਆਮੀ ਨੇ, ਸਿਰ ਦੇ ਸਾਈਂ ਨੇ, ਮਾਲਕ ਨੇ, ਜਿਹੜੇ ਸਾਡੀ ਸਦੀਵ ਰੱਖਿਆ ਕਰਦੇ ਹਨ। ਤਿਨ ਕੋ ਆਪਣੇ ਸਦਨ ਬੁਲਾਏ। ਤੇ ਅਰਦਾਸ ਕਰਦਾ, ਮਨ ਹੀ ਮਨ ਵਿੱਚ ਵਿਚਾਰ ਕਰਦਾ ਕਿ ਜਿਵੇਂ ਕਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋ ਆਪਣੇ ਘਰ ਅੰਦਰ ਬੁਲਾ ਕਰਕੇ ਜੀ ਅਸਨ ਅਚਾਵੋ ਰੁਚਰ ਬਣਾਏ। ਸਵਾਦਲੇ ਭੋਜਨ ਬਣਾ ਕਰਕੇ, ਹੱਥੀ ਸੇਵਾ ਕਰਕੇ, ਘਰ ਅੰਦਰ ਵਿਸ਼ੇਸ਼ ਪਦਾਰਥ ਤਿਆਰ ਕਰਕੇ ਮਹਾਰਾਜ ਜੀਆਂ ਨੂੰ ਭੋਜਨ ਛਕਾਇਆ ਜਾਵੇ। ਇਹ ਕੈਦ ਮੈਂ ਜੋ ਨਹਿ ਆਵੈ। ਫਿਰ ਮਨ ਵਿੱਚ ਵਿਚਾਰ ਆਉਂਦੀ ਹੈ ਵੀ ਜੇ ਭੋਜਨ ਤੇ ਮਨਾਂ ਤੋਂ ਬਣਾ ਲਵੇਂਗਾ ਗੁਰੂ ਤੇਗ ਬਹਾਦਰ ਮਹਾਰਾਜ ਕੀ ਸੇਵਾ ਹਿਤ, ਲੇਕਿਨ ਮਹਾਰਾਜ ਆਉਣਗੇ ਕਿੱਦਾਂ? ਕਿਉਂਕਿ ਇਸ ਵਕਤ ਸਭ ਨੂੰ ਪਤਾ ਹੈ ਵੀ ਬਾਦਸ਼ਾਹ ਨੇ ਉਹਨਾਂ ਨੂੰ ਕੈਦ ਕੀਤਾ ਹੋਇਆ, ਵਿਸ਼ੇਸ਼ ਕਾਰਗ੍ਰਹਿ ਦੇ ਅੰਦਰ ਜੇਲ੍ਹ ਵਿੱਚ ਪਾਇਆ ਹੋਇਆ, ਤੇ ਬਾਦਸ਼ਾਹ ਕਿਸੇ ਕੀਮਤ ਵਿੱਚ ਛੱਡਣ ਵਾਲਾ ਨਹੀਂ, ਕਿਉਂਕਿ ਇਹ ਹਕੂਮਤ ਨਾਲ ਇੱਕ ਬੜੀ ਵੱਡੀ ਜੰਗ ਚੱਲ ਰਹੀ ਹੈ ਮਹਾਰਾਜ ਜੀ ਕੀ। ਸੋ ਇਸ ਵੇਲੇ ਹੁਣ ਹੈਗੇ ਕੈਦ ਵਿੱਚ ਨੇ ਤੇ ਇਹ ਮਹਾਰਾਜ ਸਾਡੇ ਗ੍ਰਹਿ ਵਿਖੇ ਆਉਣਗੇ ਕਿੱਦਾਂ? ਇਹ ਸੰਭਵ ਕਿੱਦਾਂ ਹੋਵੇਗਾ ਜੀ? ਲੈ ਕਰ ਜਾਓ ਤਿਸੀ ਥਲ ਖਾਵੈ। ਫਿਰ ਇਹ ਵੀ ਸੋਚਦਾ ਹੈ ਵੀ ਚਲੋ ਭੋਜਨ ਪ੍ਰਸ਼ਾਦ ਤਿਆਰ ਕਰ ਲੈਂਦੇ ਆ ਮਹਾਰਾਜ ਜੀ ਕੀ ਸੇਵਾ ਹਿਤ, ਇੱਥੋਂ ਘਰੋਂ ਫਿਰ ਤਿਆਰ ਕਰਕੇ ਤੇ ਉਸ ਸਥਾਨ ਤੇ ਲੈ ਜਾਂਦੇ ਆ ਜਿੱਥੇ ਮਹਾਰਾਜ ਜੇਲ੍ਹ ਦੇ ਅੰਦਰ ਗ੍ਰਿਫਤਾਰ ਕੀਤੇ ਹੋਏ ਹਨ, ਕੈਦ ਵਿੱਚ ਹਨ। ਉਸੇ ਸਥਾਨ ਤੇ ਮਹਾਰਾਜ ਜੀਆਂ ਨੂੰ ਭੋਜਨ ਛਕਾ ਦੇਵਾਂਗੇ। ਫਿਰ ਮਨ ਵਿੱਚ ਵਿਚਾਰ ਆਉਂਦਾ ਕਿ ਜੇਕਰ ਜਿਹੜੇ ਸ਼ਾਹੀ ਐਲਕਾਰ ਸਿਪਾਹੀ ਨੇ, ਜੇਲਰ ਹੈ, ਉਹਨਾਂ ਨੇ ਸਾਨੂੰ ਮਹਾਰਾਜ ਜੀਆਂ ਨੂੰ ਨਾ ਮਿਲਣ ਦਿੱਤਾ, ਨਾ ਭੋਜਨ ਛਕਾਉਣ ਦਿੱਤਾ, ਫਿਰ ਕੀ ਕਰਾਂਗੇ? ਇਸ ਵੇਲੇ ਨਾ ਅਜੇ ਸਿੱਖ ਦਾ ਜਿਹੜਾ ਮਨ ਹੈ ਕੁਝ ਦੁਬਦਾ ਵਿੱਚ ਹੈ, ਕੋਈ ਠੀਕ ਸਿਰੇ ਨਹੀਂ ਲੱਗ ਰਹੀ ਗੱਲ ਵੀ ਘਰ ਭੋਜਨ ਛਕਾਇਆ ਜਾਵੇ ਜਾਂ ਉੱਥੇ ਲਿਜਾ ਕਰਕੇ। ਲੇਕਿਨ ਦਿਲੀ ਇੱਛਾ ਬੜੀ ਹੈ, ਅੰਦਰੋਂ ਬੜੀ ਆਵਾਜ਼ ਆਉਂਦੀ ਹੈ ਵੀ ਮਹਾਰਾਜ ਜਦੋਂ ਤੱਕ ਇੱਥੇ ਨੇ ਇੱਕ ਵਾਰ ਮਹਾਰਾਜ ਜੀਆਂ ਨੂੰ ਭੋਜਨ ਛਕਾਇਆ ਜਾਵੇ ਜੀ। ਸਭ ਤੇ ਅਦਕ ਭਾਗ ਵਡਿਆਈ। ਤੇ ਮਨ ਵਿੱਚ ਇਹ ਵਿਚਾਰ ਕਰਦਾ ਹੈ ਪਿਆਰ ਵਾਲਾ ਸਿੱਖ ਕਿ ਜੇਕਰ ਕਿਤੇ ਸੇਵਾ ਹੋ ਜਾਏ ਨਾ ਇਸ ਸਮੇਂ, ਭਾਵੇਂ ਕਿ ਮਹਾਰਾਜ ਕੈਦ ਵਿੱਚ ਹਨ,
ਫਿਰ ਵੀ ਜੇਕਰ ਕਿਤੇ ਸੇਵਾ ਹੋ ਜਾਵੇ ਤੇ ਬਹੁਤ ਵੱਡੇ ਭਾਗ ਹੋਣਗੇ ਸਾਡੇ। ਬੜੇ ਵਡਿਆਈ ਦਾ ਕਾਰਜ ਹੈ ਇਸ ਵਕਤ ਮਹਾਰਾਜ ਜੀਆਂ ਨੂੰ ਭੋਜਨ ਛਕਾਉਣਾ ਜੀ। ਹੋ ਮੋਹ ਕੋ ਜੇ ਬਣ ਜਾਈ। ਤੇ ਜੇ ਕਿਤੇ ਗੁਰੂ ਰਹਿਮਤ ਕਰੇ, ਗੁਰੂ ਬਖਸ਼ਿਸ਼ ਕਰੇ ਤੇ ਇਹ ਸੇਵਾ ਮੈਨੂੰ ਮਿਲ ਜਾਏ, ਕਿਉਂਕਿ ਹੈ ਇੱਕ ਭਾਵਨਾ ਦੀ ਗੱਲ ਹੈ ਗੁਰਮੁਖੋ। ਜੇ ਕਿਤੇ ਗੁਰੂ ਬਖਸ਼ਿਸ਼ ਕਰੇ ਨਾ, ਕਈ ਵਾਰ ਹਿਰਦਾ ਇਸ ਪੱਧਰ ਤੇ ਵਿਚਰਦਾ ਹੁੰਦਾ ਹੈ, ਕੋਈ ਵਿਸ਼ੇਸ਼ ਸੇਵਾ ਕਰਨ ਨੂੰ ਮਨ ਹੁੰਦਾ ਹੈ, ਫਿਰ ਕਿਤੇ ਨਾ ਕਿਤੇ ਕੋਈ ਵਿਘਨ ਹੁੰਦਾ ਹੈ, ਕੋਈ ਨਾ ਕੋਈ ਅੜਚਨ ਆ ਜਾਂਦੀ ਹੈ, ਕੋਈ ਮੁਸੀਬਤ ਆ ਜਾਂਦੀ ਹੈ, ਫਿਰ ਸਿੱਖ ਅਰਦਾਸ ਕਰਦਾ ਹੈ, ਜੇ ਕਿਤੇ ਕੋਈ ਸਬੱਬ ਬਣੇ ਇਹ ਸੇਵਾ ਮੈਨੂੰ ਮਿਲ ਜਾਵੇ ਤੇ ਮੈਂ ਇਹਨੂੰ ਇਸ ਤਰੀਕੇ ਨਾਲ ਸੋਹਣੇ ਢੰਗ ਨਾਲ ਨਿਭਾ ਦੇਵਾਂ। ਸੋ ਇਸ ਵੇਲੇ ਜਿਹੜਾ ਸਿੱਖ ਹੈ ਅਰਦਾਸ ਕਰਦਾ ਹੈ, ਮਹਾਰਾਜ ਕਿਤੇ ਸੇਵਾ ਮਿਲ ਜਾਏ ਨਾ। ਆਪ ਦਿੱਲੀ ਤੋਂ ਹੋਈ ਤੇ ਇੱਥੇ ਆਪ ਜੀਆਂ ਦੇ ਭੋਜਨ ਦੀ ਸੇਵਾ ਅਸੀਂ ਜਿਹੜਾ ਹੱਥੀਂ ਪਕਾ ਕਰਕੇ ਆਪ ਜੀਆਂ ਨੂੰ ਇੱਕ ਦਿਨ ਪ੍ਰਸ਼ਾਦਾ ਛਕਾ ਦਈਏ ਪਿਆਰ ਸਹਿਤ। ਲੇਕਿਨ ਮੁਸ਼ਕਲ ਇਹ ਹੈ ਵੀ ਮਹਾਰਾਜ ਕੈਦ ਵਿੱਚ ਨੇ, ਸਿਪਾਹੀਆਂ ਨੇ ਮਿਲਣ ਨਹੀਂ ਦੇਣਾ, ਘਰ ਗੁਰੂ ਤੇਗ ਬਹਾਦਰ ਮਹਾਰਾਜ ਆ ਨਹੀਂ ਸਕਦੇ। ਸੋ ਇਸ ਦੁਬਿਧਾ ਦੇ ਅੰਦਰ ਸਿੱਖ ਜਿਹੜਾ ਹੈ ਨਾ, ਜਿੱਥੇ ਸੇਵਾ ਕਰਨੀ ਚਾਹੁੰਦਾ ਉੱਥੇ ਫਿਰ ਪਰੇਸ਼ਾਨ ਵੀ ਹੈ ਜੀ। ਮਮ ਕਰ ਚਰਨ ਪਾਏ ਨ ਜੇਈ। ਮਹਾਰਾਜ ਹੁਣ ਸਾਡੇ ਘਰ ਵਿੱਚ ਕਿੱਦਾਂ ਚਰਨ ਪਾਉਣਗੇ, ਤੇ ਜੇ ਮਹਾਰਾਜ ਚਰਨ ਨਹੀਂ ਪਾਉਂਦੇ ਤੇ ਭਾਵਨਾ ਪੂਰੀ ਨਹੀਂ ਹੁੰਦੀ। ਇਸ ਲਈ ਉਹ ਬੜਾ ਚਿੰਤਾਤੁਰ ਹੈ ਜੀ। ਤਹਾਂ ਗਏ ਤੇ ਅਚੈ ਨ ਤੇਈ। ਤੇ ਜੇ ਕਿਤੇ ਭੋਜਨ ਤਿਆਰ ਕਰਕੇ ਉਸ ਸਥਾਨ ਤੇ ਲਿਜਾਇਆ ਜਾਂਦਾ ਜਿੱਥੇ ਮਹਾਰਾਜ ਨੂੰ ਕੈਦ ਕੀਤਾ ਹੋਇਆ, ਤੇ ਇਹ ਵੀ ਨਹੀਂ ਪਤਾ ਕਿ ਸ਼ਾਹੀ ਸਿਪਾਹੀ ਜਿਹੜੇ ਨੇ ਉਹ ਮਹਾਰਾਜ ਤੱਕ ਭੋਜਨ ਜਾਣ ਦੇਣਗੇ ਜਾਂ ਨਹੀਂ। ਸੋ ਇਸ ਵੇਲੇ ਇਹ ਇੱਕ ਬੜੀ ਦੁਵਿਧਾ ਹੈ ਜੀ। ਮੰਦ ਭਾਗ ਆਪਣੋ ਤਬ ਜਾਨੋ। ਫਿਰ ਨਾ ਸਿੱਖ ਸੋਚਦਾ ਹੈ ਕਿ ਮੇਰੇ ਕਿਤਨੇ ਮਾੜੇ ਭਾਗ ਨੇ, ਕਿ ਸਤਿਗੁਰੂ ਵੀ ਦਿੱਲੀ ਵਿੱਚ ਹਨ, ਭੋਜਨ ਛਕਾਉਣ ਦੀ ਇੱਛਾ ਵੀ ਹੈ, ਘਰ ਅੰਦਰ ਜਥਾ ਸ਼ਕਤ ਪਦਾਰਥ ਵੀ ਹੈਗੇ ਨੇ, ਲੇਕਿਨ ਸਮੇਂ ਦਾ ਕੁਝ ਵਿਧਾਨ ਐਸਾ ਹੈ ਵੀ ਅਸੀਂ ਚਾਹ ਕਰਕੇ ਵੀ ਮਹਾਰਾਜ ਕੀ ਸੇਵਾ ਨਹੀਂ ਕਰ ਸਕਦੇ। ਸਮੇਂ ਦੀ ਕੁਝ ਪਾਬੰਦੀ ਐਸੀ, ਸਮਾਂ ਹੀ ਕੁਝ ਐਸਾ ਬਣ ਗਿਆ ਹੈ ਕਿ ਮਹਾਰਾਜ ਵੀ ਦਿੱਲੀ ਅੰਦਰ ਨੇ, ਸਿੱਖ ਵੀ ਦਿੱਲੀ ਬੈਠਾ ਹੈ, ਸਭ ਪਦਾਰਥ ਵੀ ਪਾਸ ਹੈ, ਲੇਕਿਨ ਮਾੜਾ ਕੋਈ ਭਾਗ ਹੈ ਵੀ ਚਾਹ ਕਰਕੇ ਵੀ ਮਹਾਰਾਜ ਕੀ ਸੇਵਾ ਜਿਹੜੇ ਅਸੀਂ ਨਹੀਂ ਕਰ ਸਕਦੇ, ਸੇਵਾ ਸਾਨੂੰ ਨਹੀਂ ਮਿਲ ਸਕਦੀ ਹੈ। ਗੁਰ ਪ੍ਰਸੰਨ ਨਹਿ ਇਮ ਮੈਂ ਮਾਨੋ। ਤੇ ਮਨ ਵਿੱਚ ਸੋਚਦਾ ਹੈ ਮਹਾਰਾਜ ਸੱਚੇ ਪਾਤਸ਼ਾਹ, ਫਿਰ ਇਹਦਾ ਮਤਲਬ ਹੈ ਵੀ ਆਪ ਸਾਡੀ ਸੇਵਾ ਤੇ ਪ੍ਰਸੰਨ ਨਹੀਂ ਹੋ। ਇੱਕ ਭਾਵਨਾ ਬਣ ਗਈ ਹੈ ਸਿੱਖ ਦੀ, ਕਿਉਂਕਿ ਇਹ ਇੱਕ ਅੰਦਰ ਦੀ ਬੜੀ ਡੂੰਘੀ ਰਮਜ਼ ਹੈ। ਇਹ ਜਿਹੜੀ ਸਾਖੀ ਆਈ ਹੈ ਨਾ ਅੱਜ, ਇਹ ਜੇ ਅਸੀਂ ਉੱਦਾਂ ਬੌਧਿਕ ਤਲ ਦੇ ਨਾਲ ਹੀ, ਬੌਧਿਕ ਵਿਚਾਰਾਂ ਦੇ ਰਾਹੀਂ ਇਹਨੂੰ ਪੜ੍ਹਨ ਦਾ ਯਤਨ ਕਰਾਂਗੇ ਨਾ, ਤੇ ਸਾਨੂੰ ਲੱਗੇਗਾ ਇਹ ਅਜੀਬ ਜੀ ਕਰਾਮਾਤ, ਅਜੀਬ ਜੀ ਘਟਨਾ। ਲੇਕਿਨ ਜੇ ਕਿਤੇ ਭਾਵਨਾ ਵਾਲੀ ਬਿਰਤੀ ਨਾਲ ਵੇਖਾਂਗੇ, ਭਾਵਨਾ ਦੇ ਨਾਲ ਵੇਖਾਂਗੇ, ਫਿਰ ਇਹਦੇ ਵਿੱਚੋਂ ਬਹੁਤ ਕੁਝ ਵੇਖਣ ਨੂੰ ਵੀ ਮਿਲੇਗਾ। ਕਿਉਂਕਿ ਪਿਆਰ ਵਾਲੀਆਂ ਦੀਆਂ ਜਿਹੜੀਆਂ ਖੇਡਾਂ ਨੇ ਨਾ, ਅਸੀਂ ਇਤਿਹਾਸ ਵਿੱਚ ਵੇਖਦੇ ਹਾਂ, ਜਿੱਥੇ ਜਿੱਥੇ ਪਿਆਰ ਵਾਲਿਆਂ ਨੇ ਰੱਬ ਜੀ ਪਰਮਾਤਮਾ ਗੁਰੂਆਂ ਨਾਲ ਖੇਡ ਖੇਡੀ ਹੈ ਨਾ, ਉਹ ਕੁਝ ਵੱਖਰੀ ਹੈ। ਉਹ ਵੇਖਣ ਵਿੱਚ ਕਰਾਮਾਤ ਲੱਗਦੀ ਹੈ, ਪਰ ਅੰਦਰੂਨੀ ਪੱਧਰ ਤੇ ਉਹਦੇ ਵਿੱਚ ਕੁਝ ਹੋਰ ਨਿਕਲਦਾ। ਸੋ ਇਸ ਵਿਧ ਨਾ ਸਿੱਖ ਵਿਚਾਰ ਕਰਦਾ, ਮਹਾਰਾਜ ਭਾਗ ਤੇ ਸਾਡੇ ਸਿੱਖਾਂ ਦੇ ਮਾੜੇ ਨੇ ਜਿਹੜੇ ਕਿ ਆਪ ਜੀਆਂ ਦੇ ਪਾਸ ਹੁੰਦਿਆਂ ਵੀ ਤੁਹਾਡੀ ਸੇਵਾ ਨਹੀਂ ਕਰ ਸਕਦੇ। ਤੁਹਾਡੀ ਸੇਵਾ ਵਿੱਚ ਅਸੀਂ ਪਾਸ ਰਹਿ ਕੇ ਵੀ ਭੋਜਨ ਨਹੀਂ ਬਣਾ ਕੇ ਛਕਾ ਸਕਦੇ। ਗੁਰ ਪ੍ਰਸੰਨ ਹੈ ਮਮ ਹੋਈ, ਇਹਦਾ ਮਤਲਬ ਹੈ ਵੀ ਆਪ ਸਾਡੇ ਤੇ ਪ੍ਰਸੰਨ ਨਹੀਂ ਹੋ ਜੀ। ਇਤਿਆਦਿ ਗਨ ਤਰਕ ਵਿਚਾਰਤ। ਇਸ ਵਿਧ ਨਾ ਜਿਵੇਂ ਵਿਚਾਰ ਕਰਦਾ ਹੈ, ਲੇਕਿਨ ਕੋਈ ਸਵੱਬ ਨਹੀਂ ਬਣਦਾ, ਤੇ ਇਹਦੇ ਮਨ ਵਿੱਚ ਇੱਕ ਤਰਕ ਉੱਠ ਪਿਆ ਵੀ ਸਾਡੇ ਅੰਦਰ ਹੀ ਘਾਟ ਹੈ, ਕਿਉਂਕਿ ਗੁਰੂ ਤੇ ਪੂਰੇ ਨੇ, ਸਾਡੀ ਭਾਵਨਾ ਹੀ ਅਧੂਰੀ ਹੈ, ਤੇ ਅਧੂਰੀ ਭਾਵਨਾ ਨੂੰ ਕਦੇ ਪੂਰੇ ਫਲ ਨਹੀਂ ਲੱਗਦੇ ਹੁੰਦੇ। ਇਸ ਕਰਕੇ ਸਾਡੀ ਭਾਵਨਾ ਦੇ ਅੰਦਰ ਕਮੀ ਹੈ ਜੀ। ਗਇਓ ਕੈਦ ਥਲ ਹੋਏ ਪ੍ਰਮਾਰਤ। ਗਇਓ ਕੈਦ ਥਲ ਭਾਵ ਮਹਾਰਾਜ ਜੀ ਤੇ ਕੈਦ ਵਾਲੇ ਕੈਦ ਵਿੱਚ ਹਨ, ਤੇ ਅਸੀਂ ਇੱਥੇ ਹਾਂ। ਫਿਰ ਪ੍ਰੇਮ ਵਸ ਹੋ ਕਰਕੇ ਯਤਨ ਕਰਦਾ ਹੈ ਕਿ ਜਿਵੇਂ ਕਿਵੇਂ ਮੈਂ ਜਿਹੜੀ ਸੇਵਾ ਹੈ ਨਾ ਉਹ ਜ਼ਰੂਰ ਕਰਾਂ। ਤੇ ਇੱਕ ਦਿਨ ਇੱਦਾਂ ਫਿਰ ਉਦਮ ਸਹਿਤ ਉਸ ਸਥਾਨ ਤੇ ਪਹੁੰਚ ਜਾਂਦਾ ਜਿਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਕੈਦ ਕੀਤਾ ਹੋਇਆ ਹੈ। ਬੂਝ ਸਿਪਾਹੀਨ ਗਾ ਗੁਰ ਪਾਸ। ਸਿਪਾਹੀਆਂ ਤੋਂ ਇਜਾਜ਼ਤ ਲਈ ਜਿਵੇਂ ਕਿਵੇਂ ਜਥਾ ਸ਼ਕਤ ਯਤਨ ਕੀਤੇ ਹੋਣਗੇ, ਕਿਉਂਕਿ ਸੌਖਾ ਤੇ ਹੈ ਨਹੀਂ। ਆਪਾਂ ਕਹਿ ਸਕਦੇ ਹਾਂ ਸ਼ਾਹੀ ਕੈਦ ਦੇ ਅੰਦਰ, ਜਿੱਥੇ ਜੇਲ੍ਹ ਦੇ ਅੰਦਰ ਮਹਾਰਾਜ ਜੀਆਂ ਨੂੰ ਕੈਦ ਕੀਤਾ,
ਸੋ ਯਤਨ ਕਰਕੇ ਉਸ ਸਥਾਨਪੁਰ ਪਹੁੰਚ ਗਿਆ। ਸਿਪਾਹੀਆਂ ਤੋਂ ਇਜਾਜ਼ਤ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਹਜ਼ੂਰੀ ਅੰਦਰ ਪਹੁੰਚਦਾ ਹੈ ਜੀ। ਖਰੋ ਪਇਓ ਡਿਗ ਕੈ ਅਰਦਾਸ। ਜਿਸ ਕਾਰਗ੍ਰਹਿ ਦੇ ਅੰਦਰ, ਜਿਸ ਕੋਠੜੀ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੈਦ ਹਨ, ਉਸ ਦੇ ਸਨਮੁਖ ਖੜੇ ਹੋ ਕਰਕੇ ਦੋਨੋਂ ਹੱਥ ਜੋੜ ਕੇ ਦੀਨ ਹੋ ਕਰਕੇ ਅਰਦਾਸ ਕਰ ਰਿਹਾ ਹੈ। ਨਮੋ ਠਾਨ ਕਰ ਜੋਰੇ ਹਾਥ। ਦੋਵੇਂ ਹੱਥ ਇਸਨੇ ਜੋੜ ਲਏ ਹਨ, ਸ਼ੀਸ਼ ਨਵਾ ਕਰਕੇ ਉਸ ਪਵਿੱਤਰ ਸਥਾਨ ਨੂੰ ਨਮਸਕਾਰ ਕੀਤੀ ਹੈ। ਕਿਉਂਕਿ ਠੀਕ ਹੈ, ਅਸੀਂ ਕਹਿ ਸਕਦੇ ਹਾਂ ਵੀ ਹੈ ਤਾਂ ਉਹ ਕੈਦੀਆਂ ਦੀ ਕੋਠੜੀ, ਪਰੰਤੂ ਹੁਣ ਉਹ ਕੈਦਖਾਨਾ ਨਹੀਂ ਹੈ, ਕਿਉਂਕਿ ਉਸ ਸਥਾਨ ਤੇ ਪੂਰੇ ਸਤਿਗੁਰੂ ਗੁਰੂਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਚਰਨ ਪੈ ਗਏ ਨੇ। ਇਸ ਲਈ ਉਹ ਵੀ ਪਵਿੱਤਰ ਸਥਾਨ ਬਣ ਚੁੱਕਾ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਇਸ ਲਈ ਸਿੱਖ ਨੇ ਭਾਵਨਾ ਸਹਿਤ ਉਸ ਸਥਾਨ ਤੇ ਜਾ ਕਰਕੇ ਸਨਮੁਖ ਖੜੇ ਹੋ ਕਰਕੇ ਦੋਨੋਂ ਹੱਥ ਜੋੜ ਕਰਕੇ ਦੀਨ ਹੋ ਕਰਕੇ ਨਮਸਕਾਰ ਕੀਤੀ ਹੈ। ਉਲਤ ਬਿਲੋਚਨ ਜਲ ਕੇ ਸਾਥ। ਉਲਤ ਬਿਲੋਚਨ, ਤੇ ਇਹਦੇ ਜਿਹੜੇ ਨੇਤਰ ਨੇ ਨਾ ਜਲ ਨਾਲ ਭਿੱਜੇ ਹੋਏ ਨੇ, ਨੇਤਰਾਂ ਦੇ ਵਿੱਚੋਂ ਜਲ ਦੀ ਧਾਰਾ ਬਹਿ ਰਹੀ ਹੈ। ਵੈਰਾਗ ਵਿੱਚ ਹਿਰਦਾ ਨਾ ਰੋ ਰਿਹਾ, ਮਨ ਰੋ ਰਿਹਾ, ਕਿਉਂਕਿ ਇੱਕ ਤੇ ਕੁਦਰਤੀ ਹੈ ਵੀ ਜਿਹੜਾ ਦ੍ਰਿਸ਼ ਦੇ ਸਾਹਮਣੇ ਆ ਪੂਰਾ ਗੁਰੂ ਹੋਵੇ ਤੇ ਉਹਨੂੰ ਕੈਦ ਵਿੱਚ ਬਾਦਸ਼ਾਹ ਨੇ ਪਾਇਆ ਹੋਵੇ ਤੇ ਸਿੱਖ ਕੁਝ ਕਰ ਨਾ ਸਕੇ, ਇਹ ਵੀ ਇੱਕ ਪੀੜਾ ਹੈ। ਤੇ ਦੂਸਰਾ ਜਿਹੜਾ ਪ੍ਰੇਮ ਕਰਕੇ ਜੋ ਸੇਵਾ ਕਰਨਾ ਚਾਹੁੰਦਾ ਉਹਦੇ ਵਿੱਚ ਵੀ ਵਿਘਨ ਹੈ। ਅਨੁਰਾਗ ਤੇ ਪਹਿਲਾਂ ਹੀ ਇਹਦੇ ਵਿੱਚ ਬੜਾ ਵਰਤ ਰਿਹਾ, ਲੇਕਿਨ ਇਹਦੇ ਹੱਥ ਵਿੱਚ ਕੁਝ ਨਹੀਂ ਹੈ। ਇਸ ਲਈ ਨਾ ਭਾਈ ਸਾਹਿਬ ਜੀ ਲਿਖਦੇ ਨੇ, ਇਹ ਬੜੇ ਵੈਰਾਗ ਵਿੱਚ ਨੇਤਰਾਂ 'ਚੋਂ ਜਲ ਦੀ ਧਾਰਾ ਵਗ ਰਹੀ ਸੀ, ਉੱਦਾਂ ਹੀ ਸੀਸ ਨਵਾ ਕੇ ਉਸ ਸਥਾਨ ਤੇ ਮਹਾਰਾਜ ਜੀਆਂ ਨੂੰ ਨਮਸਕਾਰ ਕਰ ਰਿਹਾ ਹੈ। ਸੁਨੋ ਨਾਥ ਅਪਲਾਖਾ ਮੋਰੀ। ਤੇ ਕੋਠੜੀ ਦੇ ਸਨਮੁਖ ਖੜਾ ਹੋ ਕਰਕੇ ਮਹਾਰਾਜ ਜੀ ਕੇ ਚਰਨਾਂ 'ਚ ਅਰਦਾਸ ਕਰਦਾ ਹੈ, ਗਰੀਬ ਨਿਵਾਜ ਕਿਰਪਾਲੂ ਸਤਿਗੁਰੂ ਜੀਓ, ਮੇਰੀ ਇੱਕ ਇੱਛਾ ਹੈ, ਜੇ ਕਿਤੇ ਆਪ ਇਹਨੂੰ ਪੂਰੀ ਕਰ ਦੇਵੋ। ਅਬਲਾਖਾ ਮੋਰੀ, ਮੇਰੀ ਇੱਕ ਇੱਛਾ ਹੈ, ਜੇ ਕਿਤੇ ਆਪ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਜੀ। ਬਹੁ ਦਿਵਸਨ ਕੀ ਹਿਰਦੇ ਬਡੇਰੀ। ਮਹਾਰਾਜ ਇਹ ਬੜੇ ਸਮੇਂ ਤੋਂ ਹੈ, ਬੜੇ ਦਿਨਾਂ ਤੋਂ ਮੈਂ ਇਸ ਗੱਲੋਂ ਵਿਚਾਰ ਕਰ ਰਿਹਾ, ਪਰੰਤੂ ਮੇਰੇ ਜਿਹੜੇ ਉਦਮ ਹੈ ਜਿਹੜਾ ਉਹ ਸਫਲ ਨਹੀਂ ਹੋ ਰਿਹਾ। ਇਸ ਕਰਕੇ ਮੈਂ ਪ੍ਰਥਮ ਅਰਦਾਸ ਕਰਦਾ ਹਾਂ। ਸ੍ਰੀ ਗੁਰ ਸਦਨ ਚਰਨ ਕੋ ਪਾਵੈ। ਮਹਾਰਾਜ ਇੱਛਾ ਇਹ ਹੈ ਕਿ ਆਪ ਇੱਕ ਵਾਰ ਕਿਰਪਾ ਕਰਕੇ ਮੇਰੇ ਘਰ ਅੰਦਰ ਪਾਵਨ ਚਰਨ ਪਾਓ, ਮੇਰੇ ਗ੍ਰਹਿ ਦੇ ਅੰਦਰ ਆਪਣੇ ਮੁਬਾਰਕ ਚਰਨ ਪਾਓ ਜੀ। ਮੋਰ ਹੱਥ ਤੇ ਭੋਜਨ ਖਾਵੋ। ਤੇ ਮਹਾਰਾਜ ਇੱਛਾ ਇਹ ਵੀ ਹੈ ਵੀ ਘਰ ਅੰਦਰ ਚਰਨ ਪਾ ਕਰਕੇ ਮੇਰੇ ਇਹਨਾਂ ਹੱਥਾਂ ਨਾਲ ਬਣਿਆ ਹੋਇਆ ਸੇਵਾ ਕੀਤੀ ਹੋਈ ਜੋ ਘਰ ਅੰਦਰ ਪਦਾਰਥ ਤਿਆਰ ਹੋਣਗੇ ਉਹ ਭੋਜਨ ਆਪ ਰਸਨਾ ਲਾਇਕ ਕਰੋ। ਇਹ ਸੇਵਾ ਇੱਕ ਇੱਛਾ ਹੈ, ਭਾਵਨਾ ਹੈ ਸਿੱਖ ਦੀ ਜੀ। ਅਸਮੰਜਸ ਜਾਣੈ ਬਿਦ ਜੋਊ। ਅਸਮੰਜਸ, ਹੁਣ ਇਹ ਗੱਲ ਕੀ ਹੈ? ਇਹ ਤੇ ਕੇਵਲ ਗੁਰਮੁਖੋ ਗੁਰੂ ਹੀ ਜਾਣ ਸਕਦਾ ਹੈ, ਕਿਉਂਕਿ ਇੱਥੇ ਮੈਂ ਫਿਰ ਬੇਨਤੀ ਕਰਾਂਗਾ, ਇਹ ਜਿਹੜੀ ਪ੍ਰੇਮ ਦੀ ਖੇਡ ਹੈ ਨਾ, ਇਹ ਬੜੀ ਵਿਖੜੀ ਖੇਡ ਹੈ। ਇਤਿਹਾਸ ਵਿੱਚ ਅਸੀਂ ਕਈ ਵਾਰ ਪੜ੍ਹਦੇ ਹਾਂ, ਜੇ ਤ੍ਰੇਤੇ ਵਿੱਚ ਵੇਖਾਂਗੇ ਨਾ ਤੇ ਭਿਲਣੀ ਦੇ ਬੇਰ ਰਾਮ ਜੀ ਖਾ ਗਏ ਨੇ। ਉਹ ਇੱਕ ਵੱਖਰੀ ਖੇਡ ਹੈ, ਪ੍ਰੇਮ ਵਸ ਹੋ ਕਰਕੇ ਸੇਵਕ ਕੀ ਬੇਨਤੀ ਕਰਦਾ, ਗੁਰੂ ਕੀ ਕਲਾ ਵਰਤਾ ਦਿੰਦਾ, ਕੀ ਹੁੰਦਾ ਕਿਵੇਂ ਹੁੰਦਾ, ਇਹ ਤੇ ਹੁਣ ਜਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜਾਣਦੇ ਨੇ ਤੇ ਜਾਂ ਉਹ ਸਿੱਖ ਦਾ ਹਿਰਦਾ ਜਾਣਦਾ। ਦੂਜੇ ਲਈ ਤੇ ਕੇਵਲ ਇੱਕ ਬੌਧਿਕ ਲੈਵਲ ਦੀ ਬਾਤ ਹੀ ਮੰਨ ਸਕਦੇ ਆ। ਇੱਕ ਬੜੀ ਅਸਮੰਜਸ ਭਾਵ ਬਰਦਾਸ਼ਤ ਕਰਨ ਵਾਲੀ ਐਸੀ ਵਿਥਿਆ ਹੈ, ਘਟਨਾ ਹੈ ਕਿ ਸਿੱਖ ਤੋਂ ਰਿਹਾ ਨਹੀਂ ਜਾ ਰਿਹਾ ਤੇ ਉਸ ਨੇ ਅਖੀਰ ਮਹਾਰਾਜ ਜੀ ਕੇ ਚਰਨਾਂ ਵਿੱਚ ਆ ਕਰਕੇ ਆਪਣੀ ਬੇਨਤੀ ਇਉਂ ਕਰ ਦਿੱਤੀ ਹੈ ਜੀ। ਨਿਸ਼ਚਾ ਹੋਤ ਮੋਕੋ ਤੋਊ। ਕਹਿਣ ਲੱਗਾ, ਮਹਾਰਾਜ ਮੈਨੂੰ ਨਿਸ਼ਚਾ ਹੈ ਆਪ ਜੀ ਦੇ ਚਰਨਾਂ ਤੇ ਕਿ ਆਪ ਮੇਰੀ ਬੇਨਤੀ ਨੂੰ ਜ਼ਰੂਰ ਸੁਣੋਗੇ, ਜ਼ਰੂਰ ਪ੍ਰਵਾਨ ਕਰੋਗੇ। ਵੇਖੋ ਗੁਰਮੁਖੋ, ਅਸੀਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਚਰਨਾਂ ਵਿੱਚ ਆਉਂਦੇ ਹਾਂ, ਰੋਜ਼ ਮੱਥਾ ਟੇਕਦੇ ਹਾਂ, ਬਹੁਤ ਸਾਰੀਆਂ ਭਾਵਨਾ ਹੁੰਦੀਆਂ ਨੇ ਹਿਰਦੇ ਦੀਆਂ, ਤੇ ਕਦੇ ਕਦੇ ਐਸਾ ਮਨ ਹੁੰਦਾ, ਇਹਦੇ 'ਚ ਕੋਈ ਦੋਰਾਵਾ ਨਹੀਂ। ਕਦੇ ਕਦੇ ਮਨ ਨੂੰ ਕੁਝ ਗੱਲਾਂ ਕਰਕੇ ਇੰਨਾ ਕੁ ਵਿਸ਼ਵਾਸ ਹੁੰਦਾ ਹੈ ਵੀ ਜਿਹਦੇ ਕੋਲ ਚੱਲੇ ਆ ਨਾ ਉਹ ਜ਼ਰੂਰ ਮੇਰਾ ਦੁੱਖ ਰੋਗ ਤਕਲੀਫ ਸਮੱਸਿਆ ਉਹ ਜ਼ਰੂਰ ਹਰ ਲਵੇਗਾ। ਕਦੇ ਕਦੇ ਮਨ ਵਿੱਚ ਇਹ ਭਾਵਨਾ ਹੁੰਦੀ ਹੈ, ਲਾਜ਼ਮੀ ਹੁੰਦੀ, ਕਿਉਂਕਿ ਮਨੁੱਖਾ ਮਨ ਦੀ ਫਿਤਰਤ ਐਸੀ ਹੈ। ਨਿਸ਼ਚਾ ਇੰਨਾ ਕੁ ਹੁੰਦਾ ਵੀ ਜਿਹਦੇ ਸਨਮੁਖ ਅਰਦਾਸ ਕਰ ਰਹੇ ਹਾਂ ਉਹ ਜ਼ਰੂਰ ਪੂਰੀ ਕਰੇਗਾ। ਸੋ ਇਸ ਵੇਲੇ ਸਿੱਖ ਦੀ ਭਾਵਨਾ ਸੀ, ਪੂਰੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ
ਤੇ ਜਿਵੇਂ ਕਰ ਰਿਹਾ ਹੈ ਮਹਾਰਾਜ, ਮੇਰੀ ਤੇ ਇੱਛਾ ਹੀ ਹੈ ਤੇ ਮੈਂ ਭਰੋਸਾ ਕਰਦਾ ਕਿ ਆਪ ਮੇਰੀ ਭਾਵਨਾ ਨੂੰ ਜ਼ਰੂਰ ਪੂਰੇ ਕਰੋਗੇ ਜੀ। ਪ੍ਰੇਮ ਅਧੀਨ ਪ੍ਰਭੂ ਹੈ ਮੇਰੇ। ਕਿਉਂਕਿ ਮੇਰੇ ਜਿਹੜੇ ਪ੍ਰਭੂ ਆਪ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰੇਮ ਅਧੀਨ ਹੋ, ਤੇ ਪ੍ਰੇਮ ਕਰਕੇ ਜਦੋਂ ਵੀ ਕੋਈ ਯਾਦ ਕਰਦਾ ਨਾ ਗੁਰਮੁਖੋ, ਤੇ ਮਹਾਰਾਜ ਉਹਦੇ ਪਾਸ ਜ਼ਰੂਰ ਪਹੁੰਚਦੇ ਨੇ। ਮਹਾਰਾਜ ਕੇ ਜੀਵਨ ਵਿੱਚ ਤੇ ਐਸੀਆਂ ਅਨੇਕ ਗਥਾਵਾਂ ਨੇ, ਪ੍ਰੇਮ ਨਾਲ ਆਵਾਜ਼ ਮਾਰਨ ਵਾਲਿਆਂ ਦੇ ਘਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਇਕੱਲੇ ਸੀਸ ਵੀ ਗਏ ਚਲੇ ਸਨ, ਧੜ ਤੇ ਦੂਰ ਦੀ ਗੱਲ ਹੈ। ਸੋ ਆਪ ਪ੍ਰੇਮ ਦੇ ਅਧੀਨ ਹੋ ਤੇ ਸੇਵਕ ਪ੍ਰੇਮ ਵਿੱਚ ਆ ਕਰਕੇ ਆਪ ਜੀ ਕੇ ਚਰਨਾਂ ਅੰਦਰ ਅਰਦਾਸ ਕਰ ਰਿਹਾ ਹੈ। ਅਨ ਕਰਨੋ ਪੀ ਕਰੈ ਸੋ ਪ੍ਰੇਰੇ। ਤੇ ਜਦੋਂ ਕਿਤੇ ਪ੍ਰੇਮ ਰਸ ਕਿਸੇ ਨੂੰ ਆਵਾਜ਼ ਦਿੱਤੀ ਜਾਏ, ਫਿਰ ਅਨ ਕਰਨੋਂ ਤੋਂ ਭਾਵ ਹੈ ਉਹ ਕਾਰਜ ਜਿਹਨੂੰ ਅਸੀਂ ਸਾਡੀ ਮੱਤ ਮੰਨਣ ਵਿੱਚ ਕਦੀ ਵੀ ਰਾਜੀ ਨਹੀਂ ਹੁੰਦੀ। ਅਨ ਕਰਨੋਂ ਤੋਂ ਭਾਵ ਹੈ ਕਿ ਉਹ ਕਰਮ, ਉਹ ਕੰਮ ਜਿਹਨੂੰ ਅਸੀਂ ਕਹੀਏ ਵੀ ਨਹੀਂ ਨਹੀਂ ਇਹ ਨਹੀਂ ਹੋ ਸਕਦਾ। ਜਿਵੇਂ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਕੈਦ ਵਿੱਚ ਨੇ, ਸਿੱਖ ਕਹਿ ਰਿਹਾ ਮੇਰੇ ਘਰ ਆ ਕੇ ਪ੍ਰਸ਼ਾਦਾ ਛਕੋ। ਹੁਣ ਜੇ ਔਰੰਗਜ਼ੇਬ ਦੇ ਹੁਕਮ ਹੋਣਗੇ, ਕੈਦ ਖੁੱਲ੍ਹੇਗੀ, ਫੇਰ ਹੀ ਮਹਾਰਾਜ ਜਾਣਗੇ। ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਜਾ ਸਕਦੇ ਨੇ, ਐਸੀ ਗੱਲ ਨਹੀਂ ਹੈ। ਜਿੰਨੀ ਕੋਈ ਸਮਰੱਥਾ ਉਹਨਾਂ ਪਾਸ ਹੈ ਨਾ, ਉਹ ਚਾਹੁਣ ਤੇ ਸਭ ਕੁਝ ਕਰਨ ਵਿੱਚ ਸਮਰੱਥ ਨੇ, ਪਰੰਤੂ ਜੇ ਕਿਤੇ ਉਹਨਾਂ ਦੀ ਆਪਣੀ ਮੌਜ ਹੋਵੇ ਤੇ ਕਿਸੇ ਦੇ ਹੁਕਮ ਨਾਲ ਨਹੀਂ। ਜਦੋਂ ਕਿਤੇ ਸੇਵਕ ਦੇ ਲਈ ਪ੍ਰੇਮ ਵਸ ਹੋ ਕਰਕੇ ਆਪ ਕਰਨਾ ਚਾਹੁਣ, ਉਦੋਂ ਉੱਥੇ ਇਹ ਗੱਲ ਵਰਤਦੀ ਹੈ ਅਨ ਕਰਨੋ ਵੀ ਕਰੈ ਪ੍ਰੇਰੇ। ਫਿਰ ਉੱਥੇ ਨਾ ਹੋਣ ਵਾਲੇ ਕੰਮ ਵੀ ਤੁਸੀਂ ਕਰਨ ਦੀ ਸਮਰੱਥਾ ਰੱਖਦੇ ਹੋ, ਤੁਹਾਡੇ ਹੱਥ ਵਿੱਚ ਤਾਕਤ ਹੈ, ਤੁਸੀਂ ਕਰ ਸਕਦੇ ਹੋ ਜੀ। ਪੂਰੋ ਇੱਛਾ ਨਾਥ ਹਮਾਰੀ। ਫਿਰ ਕਹਿਣ ਲੱਗੇ ਗਰੀਬ ਨਵਾਜ ਕਿਰਪਾਲੂ ਸਤਿਗੁਰੂ ਜੀਓ, ਕਿਰਪਾ ਕਰੋ, ਜੇ ਆਪ ਸਾਡੀ ਪੁਕਾਰ ਸੁਣੋ ਤੇ ਸਾਡੀ ਇੱਛਾ ਦੀ ਪੂਰਤੀ ਕਰੋ ਜੀ। ਅਚੋ ਅਸਨ ਕੋ ਚੱਲ ਇੱਕ ਬਾਰੀ। ਇੱਕ ਵਾਰ ਮੌਕਾ ਦੇ ਦੇਵੋ। ਆਪ ਜੀ ਸਾਡੇ ਗ੍ਰਹਿ ਵਿਖੇ ਆ ਕਰਕੇ, ਸੇਵਕ ਦੇ ਗ੍ਰਹਿ ਵਿਖੇ ਆ ਕਰਕੇ ਭੋਜਨ ਜਿਹੜਾ ਹੈ ਉਹ ਛਕਣਾ ਕਰੋ। ਨਾ ਤੇ ਕਹੋ ਇਹਾਂ ਲੈ ਆਵੋ। ਜਾਂ ਫਿਰ ਹੁਕਮ ਦੇ ਦੇਵੋ ਵੀ ਮੈਂ ਭੋਜਨ ਤਿਆਰ ਕਰਕੇ ਇਸ ਸਥਾਨ ਤੇ ਹਾਜ਼ਰ ਹੋ ਜਾਣਾ, ਆਪ ਜੀ ਕੀ ਹਜ਼ੂਰੀ ਵਿੱਚ ਇਸ ਸਥਾਨਪੁਰ ਲੈ ਆਉਂਦਾ ਹਾਂ। ਬੈਠ ਸਮੀਪ ਆਹਾਰ ਅਚਾਵੋ। ਆਪ ਜੀ ਕੇ ਸਨਮੁਖ ਬੈਠ ਕਰਕੇ, ਸਮੀਪ ਬੈਠ ਕਰਕੇ ਭੋਜਨ ਇਸ ਸਥਾਨ ਤੇ ਲਿਆ ਕਰਕੇ ਆਪ ਜੀਆਂ ਨੂੰ ਭੋਜਨ ਛਕਾਉਂਦਾ ਹਾਂ ਜੀ। ਸੁਨ ਸਿੱਖ ਬੇਨਤੀ ਪ੍ਰਭੂ ਅਲਾਵੈ। ਜਿਸ ਵਕਤ ਸਿੱਖ ਨੇ ਹੁਣ ਇਤਨੇ ਪ੍ਰੇਮ ਅੰਦਰ ਆ ਕਰਕੇ ਬੇਨਤੀ ਕੀਤੀ, ਫਿਰ ਅੱਗੋਂ ਕਿਰਪਾਲੂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਮੁਖ ਤੋਂ ਇਉਂ ਬਚਨ ਕਰਦੇ ਹਨ, ਕਰ ਤਿਆਰ ਹਮ ਭੋਜਨ ਖਾਵੈ। ਮਹਾਰਾਜ ਨੇ ਸਿੱਖ ਦੇ ਹਿਰਦੇ ਦਾ ਪ੍ਰੇਮ ਵੇਖਿਆ ਤੇ ਮੁਸਕਰਾ ਕੇ ਕਹਿਣ ਲੱਗੇ, ਭਾਈ ਸਿੱਖਾ ਫਿਰ ਤੂੰ ਇਉਂ ਕਰ, ਘਰ ਹੀ ਭੋਜਨ ਪ੍ਰਸ਼ਾਦ ਤਿਆਰ ਕਰ ਤਿਆਰ ਹਮ ਭੋਜਨ ਆਵੈ। ਤੁਸੀਂ ਭੋਜਨ ਤਿਆਰ ਕਰੋ, ਅਸੀਂ ਘਰ ਆ ਕਰਕੇ ਹੀ ਛਕਾਂਗੇ ਜੀ। ਤੋ ਸਦਨ ਮੈਂ ਆਵੈ ਬੈਸੇ। ਤੇਰੇ ਘਰ ਅੰਦਰ ਆ ਕਰਕੇ, ਤੇਰੇ ਘਰ ਦੇ ਵਿੱਚ ਬਹਿ ਕਰਕੇ ਇਹ ਜਿਹੜਾ ਭੋਜਨ ਹੈ ਅਸੀਂ ਛਕਣਾ ਹੈ ਜੀ। ਇੱਛਾ ਪੂਰੈ ਤਉ ਉਰ ਜੈਸੇ। ਜਿਵੇਂ ਤੇਰੀ ਇੱਛਾ ਹੈ, ਜਿਵੇਂ ਸਿੱਖਾ ਤੂੰ ਚਾਹੁੰਦਾ ਹੈ, ਜੋ ਤੂੰ ਭਾਵਨਾ ਲੈ ਕਰਕੇ ਆਇਆ ਹੈ, ਇੱਛਾ ਤੇਰੀ ਅਸੀਂ ਪੂਰਾ ਕਰਾਂਗੇ। ਗੁਰਬਾਣੀ ਵਿੱਚ ਪਾਵਨ ਸ਼ਬਦ ਨੇ ਨਾ ਗੁਰਮੁਖੋ, ਇੱਛਾ ਪੂਰਕ ਸਰਬ ਸੁਖ ਦਾਤਾ ਹਰਿ, ਜਾ ਕੇ ਵਸ ਹੈ ਕਾਮ ਧੇਨਾ। ਹੁਣ ਕਾਮ ਧੇਨ ਜਿਹੜੀ ਗਾਂ ਹੈ ਨਾ, ਉਹਦਾ ਗੱਲ ਕਰਾਮਾਤ ਨਾਲ ਜੁੜੀ ਜਾਂਦੀ ਹੈ, ਕਰਾਮਾਤੀ ਗਾਂ ਮੰਨੀ ਜਾਂਦੀ ਹੈ, ਕਿਉਂਕਿ ਉਹਦੇ ਕੋਲ ਜਾ ਕੇ ਜੋ ਵੀ ਕੋਈ ਚਿਤਵਦਾ ਪੂਰਾ ਹੋ ਜਾਂਦਾ ਹੈ। ਇਸ ਲਈ ਗੁਰੂ ਵੀ ਇੰਨੀ ਸਮਰੱਥਾ ਦੇ ਮਾਲਕ ਨੇ, ਚਾਹੁਣ ਤੇ ਆਪਣੀ ਬਖਸ਼ਿਸ਼ ਅਨੁਸਾਰ ਸਭ ਕਰਾਮਾਤ ਕਰ ਸਕਦੇ ਨੇ, ਪਰੰਤੂ ਇਹ ਸਭ ਕਿਸੇ ਲਈ ਸੰਭਵ ਨਹੀਂ ਹੈ, ਸਿੱਖ ਲਈ ਤੇ ਗੁਰੂ ਲਈ। ਸੋ ਮਹਾਰਾਜ ਕਹਿਣ ਲੱਗੇ, ਭਾਈ ਸਿੱਖਾ ਤੇਰੇ ਘਰ ਆ ਕਰਕੇ ਅਸੀਂ ਤੇਰੀ ਇੱਛਾ ਪੂਰੀ ਕਰਾਂਗੇ, ਜੇ ਤੂੰ ਇਤਨੇ ਪ੍ਰੇਮ ਵਿੱਚ ਆ ਕਰਕੇ ਸਾਨੂੰ ਇਹ ਬੇਨਤੀ ਕਰਦਾ ਹੈ। ਦੋਹਰਾ ਹੈ ਪ੍ਰਭਾਤ ਜਬ ਆਗਲੀ, ਦਿਵਸ ਆਏ ਹੈ ਜਾਮ। ਅਚਵੈ ਭੋਜਨ ਪਹੁੰਚ ਕੇ, ਬੈਠ ਤਿਹਾਰੇ ਧਾਮ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਸਿੱਖ ਨੂੰ ਆਗਿਆ ਦੇ ਦਿੱਤੀ। ਗੁਰਦੇਵ ਕਹਿਣ ਲੱਗੇ, ਭਾਈ ਸਿੱਖਾ ਹੋਇਆ ਪ੍ਰਭਾਤ ਜਬ ਆਗਲੀ, ਕੱਲ ਨੂੰ ਜਿਹੜੀ ਸਵੇਰ ਹੋਵੇਗੀ ਨਾ, ਦਿਵਸ ਆਏ ਜਬ ਜਾਮ, ਜਦੋਂ ਇੱਕ ਪਹਿਰ ਦਿਨ ਬਤੀਤ ਹੋ ਜਾਵੇਗਾ, ਜਿਵੇਂ ਪਹਿਲੇ ਪਹਿਰ ਦਾ ਪ੍ਰਸ਼ਾਦਾ ਆਪਾਂ ਛਕਦੇ ਹਾਂ, ਉਸ ਵਕਤ ਤੁਸੀਂ ਭੋਜਨ ਤਿਆਰ ਕਰ ਲੈਣਾ। ਐਨ ਉਸ ਵਕਤ ਅਸੀਂ ਆਪ ਜੀ ਕੇ ਗ੍ਰਹਿ ਵਿਖੇ ਆਵਾਂਗੇ ਤੇ ਇਹ ਜਿਹੜਾ ਭੋਜਨ ਹੈ ਉਹ ਰਸਨਾ ਲਾਇਕ ਕਰਾਂਗੇ ਜੀ। ਚੌਪਈ
ਸੁਨ ਸਤਿਗੁਰ ਬਚ ਬਿਨ ਸੰਦੇਹੇ। ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਜਿਹੜੇ ਬਚਨ ਹਨ ਨਾ ਸਿੱਖ ਨੇ ਸੁਨੇ ਹਨ। ਤੇ ਭਾਈ ਸਾਹਿਬ ਜੀ ਬਚਨ ਲਿਖਦੇ ਨੇ, ਭਾਈ ਸੰਤੋਖ ਸਿੰਘ ਜੀ, ਬਿਨ ਸੰਦੇਹ। ਬਿਨ ਸੰਦੇਹ ਤੋਂ ਭਾਵ ਕੀ ਹੈ? ਸਿੱਖ ਨੇ ਕਹਿ ਦਿੱਤਾ ਸਤ ਬਚਨ ਗੁਰਦੇਵ। ਵੇਖੋ ਇੱਥੋਂ ਨਾ ਸਾਨੂੰ ਇੱਕ ਬੜੀ ਪਿਆਰੀ ਸਿੱਖਿਆ ਵੀ ਮਿਲਦੀ ਪਈ ਹੈ ਇਹਨਾਂ ਪੰਕਤੀਆਂ 'ਚੋਂ, ਇਹਨਾਂ ਬੋਲਾਂ 'ਚੋਂ। ਕਿਉਂਕਿ ਮੈਂ ਬੇਨਤੀ ਕਰਾਂ, ਜੇ ਤੇ ਕੋਈ ਅੱਗੋਂ ਤਾਰਕਿਕ ਸਿੱਖ ਹੁੰਦਾ ਨਾ ਤੇ ਉਹਨੇ ਪਹਿਲਾਂ ਪੁੱਛਣਾ ਸੀ ਵੀ ਮਹਾਰਾਜ ਤੁਸੀਂ ਕਹਿ ਤਾਂ ਰਹੇ ਹੋ ਵੀ ਕੱਲ ਨੂੰ ਆ ਜਾਵਾਂਗਾ, ਕੀ ਕੈਦ ਖੁੱਲ ਜੇਗੀ? ਕੀ ਇਹ ਸਿਪਾਹੀ ਜੰਦਰਾ ਖੋਲ ਦੇਣਗੇ ਤੁਹਾਨੂੰ ਇਸ ਕੈਦ ਚੋਂ ਬਾਹਰ ਕੱਢ? ਇਹ ਤਾਰਕਿਕ ਬੁੱਧੀ ਦਾ ਸਵਾਲ ਹੈ ਗੁਰਮੁਖੋ। ਜਦੋਂ ਗੁਰੂ ਨੇ ਕਹਿ ਦਿੱਤਾ ਵੀ ਅਸੀਂ ਕੱਲ ਨੂੰ ਆਵਾਂਗੇ, ਸਿੱਖ ਨੇ ਨਿਸੰਦੇਹ ਹੋ ਕਰਕੇ ਕਹਿ ਦਿੱਤਾ ਸਤ ਬਚਨ ਗੁਰਦੇਵ, ਕਿਉਂਕਿ ਉਸ ਨੂੰ ਪਤਾ ਹੈ ਕਿ ਜਿਸ ਪੂਰੇ ਗੁਰੂ ਦੇ ਸਮਰੱਥ ਗੁਰੂ ਦੇ ਚਰਨਾਂ ਵਿੱਚ ਮੈਂ ਅਰਦਾਸ ਕਰ ਰਿਹਾ, ਉਹਦੇ ਲਈ ਕੈਦ ਕੁਝ ਨਹੀਂ ਹੈ। ਉਹ ਜਿਵੇਂ ਚਾਹਣ ਜਦੋਂ ਚਾਹਣ ਇਹਦੇ ਚੋਂ ਬਾਹਰ ਆ ਸਕਦੇ ਨੇ। ਇੰਨੀ ਅਜ਼ਮਤ ਦੇ ਮਾਲਕ ਹੈ ਨੇ, ਇਤਨੀ ਬਖਸ਼ਿਸ਼ ਉਹਨਾਂ ਦੇ ਅੰਦਰ ਹਰ ਵਕਤ ਵਰਤ ਰਹੀ ਹੈ। ਉਹ ਤੇ ਆਪਣੀ ਮੌਜ ਵਿੱਚ ਆ ਕੇ ਸਮੁੱਚੇ ਸੰਸਾਰ ਦੇ ਲੋਕਾਂ ਦੀ ਕੈਦ ਕੱਢ ਸਕਦੇ ਨੇ, ਤੇ ਸੰਸਾਰਿਕ ਬਾਦਸ਼ਾਹ ਗੁਰੂ ਨੂੰ ਕੀ ਕੈਦ ਕਰਕੇ ਰੱਖਣਗੇ? ਬਿਨ ਸੰਦੇਹ ਸਿੱਖ ਨੇ ਸਤ ਬਚਨ ਕਹਿ ਦਿੱਤਾ, ਮਹਾਰਾਜ ਜੇ ਤੁਹਾਡਾ ਹੁਕਮ ਹੈ ਸਮੇਂ ਅਨੁਸਾਰ ਪ੍ਰਸ਼ਾਦਾ ਤਿਆਰ ਕਰਾਂਗੇ, ਆਪ ਜੀ ਪਹੁੰਚ ਜਾਣਾ ਜੀ। ਹਰਿਖ ਭਇਓ ਸਿੱਖ ਬਿਸਮੈ ਲੇਹੇ। ਸਿੱਖ ਪ੍ਰਸੰਨ ਹੋ ਗਿਆ, ਅਤਿਅੰਤ ਪ੍ਰਸੰਨ ਹੋ ਗਿਆ। ਬਿਸਮੈ ਲੇਹੇ, ਮਤ ਵਿਸਮਾਦਿਤ ਹੋ ਗਈ, ਮਤ ਸ਼ੁਕਰ ਵਿੱਚ ਆ ਗਈ। ਜਿਵੇਂ ਅੰਦਰ ਰਹੱਸ ਵੱਜ ਗਿਆ, ਆਨੰਦ ਬਣ ਗਿਆ ਵੀ ਜਿਸ ਵਕਤ ਮਹਾਰਾਜ ਨੇ ਕਹਿ ਦਿੱਤਾ ਵੀ ਅਸੀਂ ਤੁਹਾਡੇ ਘਰ ਆ ਕੇ ਹੀ ਭੋਜਨ ਛਕਣਾ ਹੈ। ਹੈ ਕੈਦ ਮੈਂ ਚੌਕੀ ਪਾਸ। ਹੁਣ ਘਰ ਇਹਦਾ ਚੌਕੀ ਦੇ ਨਾਲ ਹੀ ਹੈ। ਜਿਸ ਥਾਂ ਤੇ ਮਹਾਰਾਜ ਜੀ ਨੂੰ ਜਿਸ ਕੈਦ ਵਿੱਚ ਜੇਲ੍ਹ ਅੰਦਰ ਕਾਰਗ੍ਰਹਿ ਵਿੱਚ ਰੱਖਿਆ ਨਾ, ਉਹਦੇ ਨਾਲ ਹੀ ਇਹਦਾ ਜਿਹੜਾ ਘਰ ਹੈ, ਇਹਦਾ ਜਿਹੜਾ ਵਸੇਬਾ ਹੈ ਉਹ ਸਿੱਖ ਦਾ ਹੈ ਜੀ। ਤੋ ਆਏ ਹੈ ਮੋਰ ਆਵਾਸ। ਮਹਾਰਾਜ ਕਹਿਣ ਲੱਗੇ ਬਸ ਅਸੀਂ ਆਵਾਂਗੇ, ਤੇ ਉਸਨੇ ਕਿਹਾ ਮਹਾਰਾਜ ਨਾਲ ਹੀ ਘਰ ਹੈ, ਤੁਸੀਂ ਹਾਜ਼ਰ ਹੋ ਜਾਣਾ। ਬੰਧਨ ਕਰ ਉਤਲਾਵਤ ਗਇਓ। ਮਹਾਰਾਜ ਜੀਆਂ ਤੋਂ ਇਹ ਬਖਸ਼ਿਸ਼ ਲੈ ਕਰਕੇ ਫਿਰ ਵੰਦਨਾ ਕੀਤੀ, ਨਮਸਕਾਰ ਕੀਤੀ, ਸੀਸ ਨਿਵਾਇਆ, ਤੇ ਫਿਰ ਬੜਾ ਪ੍ਰਸੰਨ ਹੋ ਕੇ ਬੜੀ ਜਲਦੀ ਵਾਪਸ ਆਪਣੇ ਘਰ ਵੱਲ ਮੁੜਿਆ ਹੈ। ਰੁਚਰ ਆਹਾਰ ਕਰਨ ਉਦਤਯੋ। ਤੇ ਮਹਾਰਾਜ ਜੀਆਂ ਨੂੰ ਅਤਿਅੰਤ ਸਵਾਦਿਸ਼ਟ, ਅਤਿਅੰਤ ਮਹਾਨ ਆਹਾਰ ਜਿਹੜੇ ਨੇ ਕਰਵਾਉਣ ਦੇ ਲਈ ਫਿਰ ਉਦਮ ਕਰਨ ਲੱਗਾ ਵੀ ਮਹਾਰਾਜ ਨੇ ਆਉਣਾ। ਸਵਾਦਿਤ ਆਹਾਰ ਜਿਹੜੇ ਨੇ ਮਹਾਰਾਜ ਜੀ ਕੋ ਕਰਾਏ ਜਾਣਾ। ਕਰਿਓ ਤਿਹਾਵਲ ਬਹੁ ਸੁਚ ਧਾਰੀ। ਬੜੀ ਸੁਚਮਤਾ ਦੇ ਨਾਲ ਮਹਾਰਾਜ ਕੇ ਛਕਾਉਣ ਹਿਤ ਪ੍ਰਸ਼ਾਦ ਤਿਆਰ ਕੀਤਾ ਗਿਆ, ਕਿਉਂਕਿ ਜਿਹੜਾ ਕੜਾਹ ਪ੍ਰਸ਼ਾਦ ਹੈ ਇਹਦੀ ਇੱਕ ਵਿਸ਼ੇਸ਼ ਮਰਿਆਦਾ ਹੈ, ਜੋ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਹੋਰਾਂ ਨੇ ਵੀ ਲਿਖੀ ਹੈ ਰਹਿਤ ਮਰਿਆਦਾ ਵਿੱਚ। ਸੋ ਬੜੀ ਸੁਚਮਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੋ ਜਿਹੜੇ ਭੋਜਨ ਛਕਾਏ ਜਾਣੇ ਨੇ ਉਹ ਤਿਆਰ ਕਰ ਰਿਹਾ ਹੈ। ਪੁੰਨ ਪਾਇਸ ਕਰਵਾਇਸ ਤਿਆਰੀ। ਪੁੰਨ ਪਾਇਸ ਬਾਕੀ ਜਿਹੜੇ ਹੋਰ ਆਹਾਰ ਨੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਛਕਾਉਣ ਦੇ ਲਈ ਤਿਆਰ ਕਰਦਾ। ਕਿਹੜੇ ਕਿਹੜੇ ਆਹਾਰ ਤਿਆਰ ਕਰਦਾ ਥੋੜਾ ਜਿਹਾ ਉਹਦਾ ਵੀ ਜ਼ਿਕਰ ਕੀਤਾ ਹੈ। ਉਦਨ ਪਹਿਤ ਸਵਾਦ ਦਦ ਬਰੇ। ਉਦਨ ਪਹਿਤ ਸਵਾਦ ਦਦ ਬਰੇ, ਬੜੇ ਸਵਾਦਲੇ ਚਾਵਲ, ਦਹੀਂ ਆਦਿਕ, ਜਿਵੇਂ ਜਿਤਨੇ ਵੀ ਇਹ ਪਦਾਰਥ ਹਨ। ਉਦਤ ਕਹਿੰਦੇ ਨੇ, ਉਦਤ ਕਿਹਾ ਜਾਂਦਾ, ਉਦਨ ਕਿਹਾ ਜਾਂਦਾ ਦਾਲ ਨੂੰ, ਪਹਿਤ ਚਾਵਲ ਨੂੰ, ਸਵਾਦ ਸਵਾਦਿਸ਼ਟ ਦਦ ਦਹੀਂ ਨੂੰ। ਸੋ ਇਸ ਵੇਲੇ ਇਹਨੇ ਆਪਣੇ ਭੋਜਨ ਪ੍ਰਸ਼ਾਦ ਦੇ ਅੰਦਰ ਜੋ ਮਹਾਰਾਜ ਜੀ ਕੋ ਛਕਾਉਣਾ ਹੈ, ਇਹ ਜਿਹੜੇ ਪਦਾਰਥ ਹਨ ਇਹ ਤਿਆਰ ਕਰਵਾਏ ਹਨ। ਕਰੇ ਪਾਤਰੇ ਮੰਡੇ ਖਰੇ। ਤੇ ਬੜੇ ਪਤਲੇ ਪ੍ਰਸ਼ਾਦੇ ਜਿਹੜੇ ਹਨ ਮਹਾਰਾਜ ਜੀ ਕੋ ਛਕਾਉਣ ਦੇ ਲਈ ਤਿਆਰ ਕੀਤੇ ਹਨ। ਆਦਿਕ ਸਲਵਨ ਸੋ ਤੁਰਸ ਬਣਾਏ। ਕੁਛ ਸਲਵਨ ਜਿਵੇਂ ਵਿਸ਼ੇਸ਼ ਪ੍ਰਕਾਰ ਦੇ ਲੂਣ ਵਾਲੇ ਪਦਾਰਥ, ਜਿਵੇਂ ਆਪਾਂ ਸਬਜ਼ੀ ਭਾਜੀ ਆਦਿਕ ਵੇਖਦੇ ਹਾਂ। ਤੁਰਸ ਕੁਛ ਖੱਟੇ ਪਦਾਰਥ ਹੁੰਦੇ ਨੇ, ਕੁਛ ਖੱਟ ਰਸ ਹੁੰਦੇ ਨੇ। ਸੋ ਇਹ ਸਾਰੇ ਦੇ ਸਾਰੇ ਪਦਾਰਥ ਸਿੱਖ ਨੇ ਸ਼ਰਧਾ ਭਾਵਨਾ ਸਹਿਤ ਮਹਾਰਾਜ ਜੀ ਕੇ ਆਹਾਰ ਹਿਤ ਤਿਆਰ ਕੀਤੇ ਹਨ। ਇਤਿਆਦਿਕ ਬਹੁ ਮਦਰ ਕਰਾਏ। ਇਤਿਆਦਿਕ ਕੇਸਵੇ ਦੇ ਸਾਰੇ ਸਵਾਦਲੇ ਪਦਾਰਥ ਸਿੱਖ ਦੇ ਗ੍ਰਹਿ ਵਿਖੇ ਮਹਾਰਾਜ ਕੀ ਸੇਵਾ ਹਿਤ ਤਿਆਰ ਹੋ ਰਹੇ ਹਨ। ਇਮ ਕਰਤਿਓ ਭੋਜਨ ਅਬਰਾਮ। ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਰਸਨਾ ਲਾਇਕ ਕਰਵਾਉਣ ਦੇ ਲਈ ਗ੍ਰਹਿ ਵਿਖੇ ਭੋਜਨ ਤਿਆਰ ਕਰਵਾ ਰਿਹਾ ਹੈ। ਬਾਸੁਰ ਹੋਤ ਭਇਓ ਜਬ ਜਾਮ।
ਬਾਸੁਰ ਹੋ ਤਿਸ ਵਿੱਚ ਜਿਹੜਾ ਪੈਰ ਜਿਸ ਵਕਤ ਦਿਨ ਦਾ ਬੀਤ ਜਾਂਦਾ ਹੈ, ਸਦਨ ਸਿੱਖਿਆ ਕੇ ਪ੍ਰਗਟੇ ਆਏ। ਤੇ ਫਿਰ ਐਸੀ ਕਲਾ ਵਰਤੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੇਵਕ ਦੇ ਗ੍ਰਹਿ ਵਿਖੇ ਆ ਕਰਕੇ ਹਾਜ਼ਰ ਹੋ ਗਏ। ਹੁਣ ਉਸ ਕੈਦ ਚੋਂ ਕਿਵੇਂ ਨਿਕਲ ਕੇ ਆਏ, ਸਾਡੇ ਲਈ ਸੰਸਾ ਹੋਣਾ, ਸਾਡੇ ਲਈ ਬੜੀ ਮੁਸ਼ਕਲ ਹੈ, ਕਿਉਂਕਿ ਸਾਡੀ ਤਾਰਕਿਕ ਬੁੱਧੀ ਹੈ ਗੁਰਮੁਖੋ। ਤੇ ਤਾਰਕਿਕ ਬੁੱਧੀ ਜਿਹੜੀ ਹੈ ਨਾ, ਐਸੀਆਂ ਕਰਾਮਾਤੀ ਬਾਤਾਂ ਨੂੰ, ਅਗੰਮੀ ਬਾਤਾਂ ਨੂੰ ਸਮਝਣ ਵਿੱਚ ਬੜੀ ਅਸਫਲ ਹੈ। ਇਸ ਨੂੰ ਇਹ ਨਹੀਂ ਪਤਾ, ਕਿਉਂਕਿ ਤਰਕ ਦਾ ਮਤਲਬ ਹੁੰਦਾ ਕਿਵੇਂ ਤੇ ਕਿਉਂ। ਇਹਦਾ ਹੱਲ ਕਿਸੇ ਨੂੰ ਨਹੀਂ ਮਿਲਦਾ ਕਦੇ। ਸੋ ਇਸ ਵੇਦ ਮਹਾਰਾਜ ਕਿਵੇਂ ਆਉਂਦੇ ਨੇ, ਚਲੋ ਅੱਗੇ ਨਾ ਸਾਖੀ ਦੇ ਵਿੱਚ ਥੋੜਾ ਜਿਹਾ ਵਿਸਥਾਰ ਭਾਈ ਸਾਹਿਬ ਜੀ ਹੋਰਾਂ ਨੇ ਆਪ ਹੀ ਦਿੱਤਾ ਹੈ। ਲੇਕਿਨ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੇਵਕ ਦੀ ਅਰਦਾਸ ਸੁਣ ਕੇ ਉਸ ਦੇ ਗ੍ਰਹਿ ਵਿਖੇ ਹਾਜ਼ਰ ਹੁੰਦੇ ਹਨ। ਕਹੋ ਛੁਦਾ ਹਮਕੋ ਅਦਕਾਏ। ਤੇ ਆ ਕਰਕੇ ਕਹਿਣ ਲੱਗੇ, ਭਾਈ ਸਿੱਖਾ ਤੇਰੀ ਬਾਤ ਮੰਨ ਕਰਕੇ ਅਸੀਂ ਭੋਜਨ ਨਹੀਂ ਛਕਿਆ ਤੇ ਹੁਣ ਸਾਨੂੰ ਅਤਿਅੰਤ ਭੁੱਖ ਲੱਗੀ ਹੈ। ਜੋ ਆਹਾਰ ਤੈ ਤਿਆਰ ਕਰਾਏ। ਹੁਣ ਜੋ ਜੋ ਆਹਾਰ ਤੁਸੀਂ ਸਾਡੀ ਸੇਵਾ ਹਿਤ ਤਿਆਰ ਕਰਵਾਏ ਹਨ, ਸੋ ਅਬ ਲਿਆਵਤ ਦੇਹੋ ਅਚਾਏ। ਹੁਣ ਤੁਸੀਂ ਉਸ ਆਹਾਰ ਪਰੋਸ ਕਰਕੇ ਲਿਆਓ ਤੇ ਸਾਡੇ ਸਨਮੁਖ ਰੱਖੋ। ਹੁਣ ਅਸੀਂ ਉਹ ਭੋਜਨ ਛਕਣਾ ਹੈ ਜੀ। ਦੇਰ ਨਾ ਕਰੋ ਨੀਰ ਕੋ ਆਨੋ। ਬਹੁਤਾ ਸਮਾਂ ਨਾ ਲਾਓ। ਸਭ ਤੋਂ ਪਹਿਲਾਂ ਸੁੱਚਾ ਜਲ ਜਿਹੜਾ ਹੈ ਉਹ ਮੰਗਵਾਇਆ ਜਾਏ। ਬੈਠੇ ਹਮ ਕਿਸ ਥਾਨ ਬਖਾਨੋ। ਕਿਸ ਸਥਾਨ ਤੇ ਬੈਠ ਕਰਕੇ ਭੋਜਨ, ਕਿਉਂਕਿ ਸਥਾਨ ਵੀ ਸਿੱਖ ਤਿਆਰ ਕਰਵਾਉਂਦੇ ਸਨ ਗੁਰੂਆਂ ਨੂੰ ਭੋਜਨ ਛਕਾਉਣ ਦੇ ਲਈ। ਕਿਸ ਸਥਾਨ ਤੇ ਬੈਠ ਕੇ ਸਾਨੂੰ ਸਥਾਨ ਦੱਸੋ ਤੇ ਭੋਜਨ ਛਕਦੇ ਹਾਂ। ਦੇਖ ਪ੍ਰੇਮ ਅਰ ਭਾਉ ਵਡੇਰੇ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਿੱਖ ਦਾ ਪ੍ਰੇਮ ਵੇਖਿਆ, ਅੰਦਰੋਂ ਵੇਖਿਆ, ਭਾਵ ਵੇਖਿਆ, ਪਿਆਰ ਵੇਖਿਆ ਕਿੰਨਾ ਕਰ ਰਿਹਾ ਸਿੱਖ। ਤੇ ਪਿਆਰ ਦੇ ਵਾਸਤੇ ਮਹਾਰਾਜ ਪਹਿਲੇ ਹੀ ਹਨ ਜੀ। ਭੋ ਸਿੱਖ ਚੱਲ ਆਏ ਕਰ ਤੇਰੇ। ਕਹਿਣ ਲੱਗੇ, ਭਾਈ ਸਿੱਖਾ ਤੇਰਾ ਪ੍ਰੇਮ ਹੀ ਸਾਨੂੰ ਇੱਥੇ ਲੈ ਆਇਆ, ਉਦਾਂ ਅਸੀਂ ਨਹੀਂ ਸੀ ਆਉਣਾ। ਤੇਰਾ ਪਿਆਰ ਹੀ ਸਾਨੂੰ ਖਿੱਚ ਕੇ ਲਿਆਇਆ ਹੈ ਜੀ। ਦੇਖਤ ਸਿੱਖਿਆ ਬਿਲੰਦ ਅਨ ਦਇਓ। ਜਿਸ ਵਕਤ ਸਿੱਖ ਨੇ ਵੇਖਿਆ, ਬਸ ਉਹਦੇ ਤੋਂ ਫਿਰ ਇਉਂ ਕਹਿ ਲਈਏ ਵੀ ਆਪਣਾ ਆਪਣੀ ਸੰਭਾਲਿਆ ਗਿਆ। ਇਤਨਾ ਕੁ ਆਨੰਦਿਤ ਹੋ ਗਿਆ ਸਿੱਖ, ਇਤਨਾ ਕੁ ਪ੍ਰਸੰਨ ਹੋ ਗਿਆ ਹੈ। ਹੱਥ ਜੋੜ ਪਗ ਪੰਕਜ ਬੰਦਿਓ। ਹੱਥ ਜੋੜ ਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਚਰਨ ਫੜ ਲੈ, ਚਰਨਾਂ ਤੇ ਟਹਿ ਪਿਆ। ਵਾਰ-ਵਾਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਚਰਨਾਂ ਉੱਪਰ ਨਮਸਕਾਰ ਕਰ ਰਿਹਾ ਹੈ। ਸੁੰਦਰ ਚੌਕੀ ਦਈ ਵਿਛਾਏ। ਸੁੰਦਰ ਆਸਨ, ਇੱਕ ਚੌਂਕੀ ਜਿਹੜੀ ਹੈ ਉਹ ਤਿਆਰ ਕੀਤੀ ਹੈ ਜੀ। ਨਏ ਵਸਤਰ ਉਜਲ ਤੇ ਛਾਏ। ਨਵੀਨ ਵਸਤਰ ਉਸ ਦੇ ਉੱਪਰ ਵਿਛਾ ਕਰਕੇ ਸੁੰਦਰ ਆਸਨ ਜਿੱਥੇ ਭੋਜਨ ਛਕਾਇਆ ਜਾਣਾ ਹੈ ਤਿਆਰ ਹੋਇਆ ਹੈ। ਕਿਰਪਾ ਨਿਦਾਨ ਬੈਠੀਏ ਆਪ। ਹੱਥ ਜੋੜ ਕੇ ਕਹਿਣ ਲੱਗਾ, ਕਿਰਪਾਲੂ ਦਾਤਾ ਜੀ ਆਪ ਇਸ ਸਥਾਨਪੁਰ ਵਿਰਾਜੋ, ਆਪ ਇਸ ਸਥਾਨਪੁਰ ਬੈਠ ਜਾਓ। ਸਿੱਖ ਕੇ ਪਾਪ ਸੰਤਾਪੈ ਖਾਪ। ਮਹਾਰਾਜ ਆਪ ਜੀ ਬਖਸ਼ਿਸ਼ ਕਰਦੇ ਹੋ, ਆਪ ਜੀ ਇਦਾਂ ਸਾਡੇ ਵਰਗੇ ਸਿੱਖਾਂ ਤੇ ਤਰਸ ਕਰਕੇ ਸਾਡੇ ਪਾਪ ਹਰ ਲੈਂਦੇ ਹੋ। ਆਪ ਜੀ ਦਾ ਤਰਸੀ ਹੈ ਜਿਹੜਾ ਅਸੀਂ ਸਿੱਖ ਸੰਸਾਰ ਵਿੱਚ ਬਚੇ ਹੋਏ ਹਾਂ। ਨਹੀਂ ਤਾਂ ਇਸ ਸੰਸਾਰ ਦੀ ਮਾਰ ਜਿਹੜੀ ਹੈ, ਇਹ ਪਾਪ ਜਿਹੜੇ ਨੇ ਸਾਨੂੰ ਨਾਸ਼ ਕਰ ਦਿੰਦੇ ਹਨ। ਦਾਸ ਪ੍ਰੇਮ ਕੇ ਬਸ ਮੈਂ ਰਹੋ। ਆਪ ਜੀ ਆਪਣੇ ਸੇਵਕਾਂ ਦੇ ਵਸ ਹੋ ਪ੍ਰੇਮ ਕਰਕੇ, ਕਿਉਂਕਿ ਸੇਵਕ ਆਪ ਜੀਆਂ ਨੂੰ ਪ੍ਰੇਮ ਕਰਦੇ ਹਨ ਤੇ ਪ੍ਰੇਮ ਕਰਕੇ ਆਪ ਜੀ ਉਹਨਾਂ ਨਾਲ ਜੁੜੇ ਹੋਏ ਹੋ। ਦਾਸਾਂ ਨੇ ਆਪ ਨੂੰ ਪ੍ਰੇਮ ਕਰਕੇ ਬੰਨਿਆ ਹੋਇਆ। ਗੁਰਮੁਖੋ ਬਾਣੀ ਵਿੱਚ ਵੀ ਇੱਕ ਬੜਾ ਪਿਆਰਾ ਸ਼ਬਦ ਹੈ, ਮੇਰੀ ਬੰਦੀ ਭਗਤ ਛਡਾਵੈ, ਬੰਦੀ ਭਗਤ ਨਾ ਛੁਟੈ ਮੋਹੈ, ਏਕ ਸਮੈ ਮੋਕੋ ਗਹਿ ਬੰਧੈ, ਤੌਫੁਨ ਮੋਪੇ ਜਵਾਬ ਨਾ ਹੋਇ। ਜਦੋਂ ਕਿਤੇ ਭਗਤ ਪ੍ਰੇਮ ਕਰਕੇ ਬੰਨ ਲਵੇ ਨਾ, ਵੇਖੋ ਮੇਰਾ ਖਿਆਲ ਹੈ ਸਾਖੀ ਆਪ ਸਭ ਨੇ ਸੁਣੀ ਹੋਣੀ ਭਗਤ ਧੰਨਾ ਜੀ ਦੀ। ਅਸੀਂ ਕਹਿੰਦੇ ਹਾਂ ਵੀ ਉਹਨਾਂ ਨੇ ਪੱਥਰ ਵਿੱਚੋਂ ਰੱਬ ਨੂੰ ਪਾ ਲਿਆ। ਕਿੱਦਾਂ ਪਾ ਲਿਆ? ਗੱਲ ਉਹ ਵੀ ਇਹੀ ਕਹਿੰਦੇ ਸਨ ਵੀ ਤੁਸੀਂ ਠਾਕੁਰ ਜੀ ਸਾਡਾ ਪ੍ਰਸ਼ਾਦਾ ਛਕੋ, ਤੇ ਠਾਕੁਰ ਦਾ ਹੱਥ ਉਹਨਾਂ ਨੇ ਰੱਸੀ ਨਾਲ ਬੰਨ੍ਹ ਲਿਆ। ਇਹ ਸਾਖੀ ਦੇ ਇੱਦਾਂ ਕੁਝ ਗੁਰਮੁਖਾਂ ਨੇ, ਜਿਵੇਂ ਪੁਰਾਣੇ ਸਮੇਂ ਤੋਂ ਪ੍ਰਚਲਿਤ ਚੱਲਦੀ ਆਉਂਦੀ ਹੈ ਗਾਥਾ। ਸੋ ਉੱਥੇ ਭਗਵਾਨ ਜੀਆਂ ਨੂੰ ਹਾਜ਼ਰ ਹੋ ਕਰਕੇ ਭਗਤ ਦੀ ਸਾਰੀ ਕਾਰ ਕਰਨੀ ਪਈ। ਉਹ ਇੱਕ ਬੜਾ ਲੰਬਾ ਹਵਾਲਾ ਹੈ ਬਾਣੀ ਦਾ। ਸੋ ਇਸ ਵਿਧ ਮਹਾਰਾਜ ਆਪ ਸੇਵਕਾਂ ਦੇ ਨਾਲ ਜੁੜੇ ਹੋ। ਸੇਵਕ ਪ੍ਰੇਮ ਕਰਕੇ ਤੁਹਾਨੂੰ ਆਰਾਧਦੇ ਹਨ ਤੇ ਪ੍ਰੇਮ ਵਸ ਹੋ ਕੇ ਤੁਸੀਂ ਉਹਨਾਂ ਦੇ ਘਰ ਆ ਕਰਕੇ ਬੈਠਦੇ ਹੋ। ਨਿਤ ਪਰ ਲੋਕ ਸਹਾਇਕ ਅਹੋ। ਲੋਕ ਤੇ ਪਰਲੋਕ ਦੇ ਰਖਵਾਲੇ ਹੋ ਆਪਣਿਆਂ ਸੇਵਕਾਂ ਦੇ, ਆਪਣਿਆਂ ਸਿੱਖਾਂ ਦੇ। ਪਰਲੋਕ ਵਿੱਚ ਸਹਾਇਤਾ ਕਰਦੇ ਹੋ ਜੀ। ਬਹੁਤ ਦਿਵਸ ਕੀ ਇੱਛਾ ਮੇਰੀ। ਮਹਾਰਾਜ ਬੜੇ ਸਮੇਂ ਤੋਂ ਇੱਛਾ ਸੀ ਇਹ
ਕਦੋਂ ਸਮਾਂ ਬਣੇ ਆਪ ਜੀ ਕੋ ਭੋਜਨ ਛਕਾਇਆ ਜਾਵੇ, ਹੱਥੀਂ ਸੇਵਾ ਕੀਤੀ ਜਾਵੇ। ਮਹਾਰਾਜ ਬੜੇ ਸਮੇਂ ਤੋਂ ਇਹ ਦਿਲ 'ਚ ਇੱਛਾ ਹੈ ਜੀ। ਕਬ ਪੂਰੈ ਗੁਰ ਆਵੈ ਡੇਰੇ। ਮਹਾਰਾਜ ਇਹ ਸੋਚਦੇ ਸੀ ਵੀ ਕਦੋਂ ਪੂਰੀ ਹੋਵੇਗੀ, ਕਦੋਂ ਮਹਾਰਾਜ ਇਸ ਸਥਾਨ ਤੇ ਆਉਣਗੇ, ਕਦੋਂ ਕਿਤੇ ਆਉਣਗੇ ਵੀ ਜਾਂ ਨਹੀਂ ਆਉਣਗੇ, ਸਮਾਂ ਬਣੇਗਾ ਵੀ ਨਹੀਂ। ਲੇਕਿਨ ਫਿਰ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਲਾ ਵਰਤਾ ਦਿੱਤੀ। ਕਿਉਂਕਿ ਆ ਜਿਹੜੇ ਅਸੀਂ ਸ਼ਬਦ ਪੜ੍ਹਦੇ ਆ ਨਾ, ਮਹਾਰਾਜ ਕੇ ਨਾਮ ਨਾਲ ਲਕਬ ਲੱਗੇ ਹੋਏ ਨੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੈ ਤਾਏ, ਸਭ ਥਾਈ ਹੋਏ ਸਾਜ। ਇਹ ਐਵੇਂ ਨਹੀਂ ਗੁਰਮੁਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਜੀਵਨ ਨਾਲ ਨਾਮ ਨਾਲ ਦੋ ਲਕਬ ਲੱਗੇ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵਿਸ਼ੇਸ਼ ਕਰਕੇ ਦੋ ਪੰਕਤੀਆਂ ਮਹਾਰਾਜ ਕੇ ਨਾਮ ਨਾਲ ਵੱਖਰੀਆਂ ਲਿਖੀਆਂ ਨੇ। ਇੱਕ ਪੰਕਤੀ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਦੋ ਪੰਕਤੀਆਂ ਗੁਰੂ ਤੇਗ ਬਹਾਦਰ ਮਹਾਰਾਜ। ਸਿੱਖ ਪਤਾ ਨਹੀਂ ਕਦੋਂ ਤੋਂ ਆਰਾਧਨਾ ਕਰ ਰਿਹਾ ਸੀ, ਵਿਚਾਰ ਬਣਦੀ ਸੀ, ਫਿਰ ਮਨ ਚ ਆਉਂਦਾ ਸੀ ਵੀ ਕੀ ਪਤਾ ਆਉਣਗੇ ਜਾਂ ਨਹੀਂ ਆਉਣਗੇ, ਵੱਡੇ ਪੁਰਖ ਨੇ ਸੰਸਾਰ ਭਰ ਚ ਕੋਈ ਸਮਝ। ਫਿਰ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕੀਤੀ, ਆਏ ਵੀ ਕੈਦ ਵਿੱਚ ਹੋ ਕੇ। ਫਿਰ ਅੱਗੇ ਕੀ ਜੁਗਤ ਬਣੀ, ਕਿੱਦਾਂ ਖੇਡ ਬਣੀ। ਇੱਦਾਂ ਹੀ ਅੱਗੇ ਇਤਿਹਾਸ ਵਿੱਚ ਇੱਕ ਸਾਖੀ ਆਵੇਗੀ ਧੋਬੀ ਦੇਵਾ ਰਾਮ ਦੀ, ਤਰਾਵੜੀ ਦਾ ਰਹਿਣ ਵਾਲਾ, ਉਹ ਵੀ ਇੱਕ ਬੜੀ ਭਾਵਪੂਰਵਕ ਸਾਖੀ ਹੈ। ਸੋ ਇਸ ਵੇਦਨਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੇਵਕ ਦੇ ਗ੍ਰਹਿ ਵਿਖੇ ਪ੍ਰਸ਼ਾਦਾ ਛਕ ਰਹੇ ਨੇ, ਤੇ ਸੇਵਕ ਜਿਹੜਾ ਇਤਨਾ ਆਨੰਦਿਤ ਹੈ ਮਹਾਰਾਜ ਕੇ ਚਰਨਾਂ ਵਿੱਚ ਵਾਰ-ਵਾਰ ਬੰਦਨ ਕਰ ਰਿਹਾ ਹੈ ਜੀ। ਮਮ ਚਿਤ ਕੀ ਲਖ ਅੰਤਰ ਜਾਮੀ। ਮੇਰੇ ਚਿੱਤ ਦੀ ਇੱਛਾ ਨੂੰ ਆਪ ਜੀ ਨੇ ਜਾਣਿਆ। ਅੰਤਰਜਾਮੀ ਕਿਰਪਾਲੂ ਸਤਿਗੁਰੂ ਜੀ ਆਪ ਜਾਣੀ ਜਾਣ ਹੋ। ਕਰਿਓ ਕਿਰਤਾਰਥ ਸਤਿਗੁਰ ਸੁਆਮੀ। ਤੇ ਆਪ ਜੀਆਂ ਨੇ ਮੇਰੀ ਇੱਛਾ ਨੂੰ ਕਿਰਤਾਰਥ ਕਰ ਲਿਆ ਹੈ। ਤੇ ਮੈਂ ਬੇਨਤੀ ਕਰਾਂ ਗੁਰਮੁਖੋ, ਇੱਛਾ ਜ਼ਰੂਰ ਬਣਾਈਏ, ਕਿਉਂਕਿ ਸਾਡੀ ਇੱਛਾ ਵਿੱਚ ਹੀ ਘਾਟ ਹੈ। ਗੁਰੂ ਤੇ ਬੜਾ ਸਮਰੱਥ ਹੈ। ਸਾਡੀ ਇੱਛਾ ਹੀ ਨਹੀਂ ਮੰਨ ਰਹੀ, ਜਿਹੜਾ ਸਾਡਾ ਮਿਲਾਪ ਨਹੀਂ ਹੁੰਦਾ, ਅਸੀਂ ਸੇਵਾ ਨਹੀਂ ਕਰ ਸਕਦੇ, ਸਾਡੇ ਅੰਦਰ ਦੁਬਿਧਾ ਆ ਜਾਂਦੀ ਹੈ, ਵਾਰ-ਵਾਰ ਭਟਕ ਜਾਂਦੇ ਹਾਂ। ਇਹ ਨਹੀਂ ਕਹਿ ਸਕਦੇ ਵੀ ਗੁਰੂ ਕਿਰਪਾ ਨਹੀਂ ਕਰਦਾ। ਵੇਖੋ ਸਾਡੀ ਅਗਿਆਨਤਾ, ਕਈ ਵਾਰ ਅਸੀਂ ਸ਼ਬਦ ਵਰਤ ਲੈਂਦੇ ਹਾਂ ਵੀ ਗੁਰੂ ਕਿਰਪਾ ਨਹੀਂ ਕਰਦਾ, ਕਿਵੇਂ ਹੋਵੇਗੀ। ਸਾਡੀ ਇੱਛਾ ਬਣ ਜਾਏ ਨਾ, ਤੇ ਸੱਚਮੁੱਚ ਗੁਰੂ ਤੇ ਉਹ ਕੁਝ ਵੀ ਕਰਨ ਵਿੱਚ ਸਮਰੱਥ ਹੈ ਜਿਹੜਾ ਸਾਡੀ ਜਿਹਨ ਵਿੱਚ, ਮੱਤ ਵਿੱਚ ਕੋਈ ਫੁਰਨਾ ਵੀ ਨਹੀਂ ਹੈ। ਅਸੀਂ ਸੋਚ ਵੀ ਨਹੀਂ ਸਕਦੇ ਵੀ ਇਦਾਂ ਹੋ ਸਕਦਾ। ਮਹਾਰਾਜ ਉਹ ਕਰਨ ਵਿੱਚ ਸਮਰੱਥ ਨੇ। ਇਸ ਲਈ ਮਹਾਰਾਜ ਇੱਛਾ ਬਣੀ, ਆਪ ਜੀ ਨੇ ਕਿਰਤਾਰਥ ਕੀਤਾ, ਵੱਡੇ ਭਾਗ ਹੋ ਗਏ, ਜੀਵਨ ਸਫਲ ਹੋ ਗਿਆ ਹੈ। ਕਿੱਥੇ ਆਦਿ ਕਰ ਭਾਉ ਕਨੇਰਾ। ਇਸ ਵਿੱਚ ਬਹੁਤ ਪ੍ਰੇਮ ਕੀਤਾ ਹੈ ਸਿੱਖ ਨੇ ਮਹਾਰਾਜ ਜੀ ਕੇ ਸੰਗ। ਕੀਨ ਪ੍ਰਸਾਦ ਤਿਆਰ ਤਿਸ ਬੇਰਾ। ਤੇ ਜਿਹੜਾ ਪ੍ਰਸ਼ਾਦ ਮਹਾਰਾਜ ਜੀ ਕੀ ਸੇਵਾ ਹਿਤ ਤਿਆਰ ਕਰਵਾਇਆ ਹੈ ਜੀ। ਦਰਸ਼ਨ ਹੇਤ ਅਪਰ ਸਿੱਖ ਆਏ। ਦਰਸ਼ਨ ਹੇਤ ਜਿਸ ਵਕਤ ਮਹਾਰਾਜ ਉਸ ਦੇ ਗ੍ਰਹਿ ਵਿਖੇ ਟਿਕੇ ਸਨ ਨਾ, ਫਿਰ ਉਹਦੇ ਜਿਹੜੇ ਹੋਰ ਜਿਵੇਂ ਕੁਝ ਗੁਆਂਢੀ ਸਿੱਖ ਹੋਣਗੇ, ਪਹਿਚਾਣ ਵਾਲੇ ਸਿੱਖ ਹੋਣਗੇ, ਜਿਹੜੇ ਦਿੱਲੀ ਪ੍ਰਵਾਸੀ ਸਨ, ਕੁਝ ਹੋਰ ਸਿੱਖ ਵੀ ਆਏ ਸਨ ਜਿਨ੍ਹਾਂ ਨੇ ਮਹਾਰਾਜ ਜੀ ਕੇ ਦੀਦਾਰ ਪਾਏ ਹਨ। ਕਰ ਜੋਰੈ ਅਰ ਸੀਸ ਨਿਵਾਏ। ਮਹਾਰਾਜ ਜੀ ਕੇ ਚਰਨਾਂ ਅੰਦਰ ਹੱਥ ਜੋੜ ਕਰਕੇ ਨਮਸਕਾਰ ਕਰਦੇ ਹਨ। ਬਿਨੈ ਉਚਾਰੈ ਚਰਨ ਸਪਰਸੈ। ਮਹਾਰਾਜ ਜੀ ਕੇ ਚਰਨਾਂ ਅੰਦਰ ਅਰਦਾਸਾਂ ਬੇਨਤੀਆਂ ਕਰਦੇ ਹਨ, ਚਰਨ ਸਪਰਸ਼ ਕਰਦੇ ਹਨ। ਚਰਨ ਸਪਰਸ਼ ਕਰਨਾ ਭਾਵ ਚਰਨਾਂ ਨੂੰ ਮਸਤਕ ਲਾਉਣਾ, ਸੀਸ ਟੇਕਣਾ, ਮੱਥਾ ਟੇਕਦੇ ਹਨ ਜੀ। ਪ੍ਰੇਮੀ ਆਏ ਸੁਨਤ ਹੀ ਦਰਸੈ। ਜਿਹੜੇ ਪ੍ਰੇਮੀ ਹਨ, ਪਿਆਰ ਵਾਲੇ ਹਨ, ਸੁਣਦਿਆਂ ਹੀ ਮਹਾਰਾਜ ਜੀ ਕੇ ਪਾਸ ਪਹੁੰਚ ਗਏ ਹਨ। ਤਬ ਸਿੱਖ ਨੇ ਜਲ ਕਰ ਮਹਿ ਧਾਰੇ। ਫਿਰ ਸਿੱਖ ਨੇ ਆਪਣੇ ਹੱਥ ਵਿੱਚ ਜਲ ਦਾ ਜਿਹੜਾ ਬਰਤਨ ਹੈ ਉਹ ਫੜਿਆ ਹੈ ਜੀ। ਹਿਤ ਕਰ ਗੁਰ ਕੇ ਚਰਨ ਪਖਾਰੇ। ਤੇ ਬੜੇ ਹੀ ਪਿਆਰ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕੇ ਚਰਨ ਧੋਤੇ ਸਨ। ਵਸਤਰ ਸਾਥ ਪੋਛਨ ਕਰ ਨੀਕੇ। ਫਿਰ ਵਸਤਰ ਲੈ ਕਰਕੇ ਆਪ ਆਪਣੇ ਹੱਥਾਂ ਨਾਲ ਗੁਰਦੇਵ ਜੀ ਕੇ ਚਰਨ ਬੜੇ ਸੋਹਣੇ ਢੰਗ ਦੇ ਨਾਲ ਪੂੰਝੇ ਹਨ। ਬੜੇ ਭਾਵਨਾ ਦੇ ਨਾਲ ਮਹਾਰਾਜ ਜੀ ਕੇ ਚਰਨ ਸਪਰਸ਼ ਕਰਕੇ ਤੇ ਚਰਨਾਂ ਨੂੰ ਧੋ ਕਰਕੇ ਉਸ ਤੋਂ ਉਪਰੰਤ ਸੇਵਾ ਕੀਤੀ ਹੈ। ਪੁਨੈ ਪਰਲੋਸਤ ਅਰਸੈ ਜੀ ਕੇ। ਫਿਰ ਬੜੇ ਪਿਆਰ ਸਹਿਤ ਪਲੋਸਤ, ਜਿਵੇਂ ਕੋਈ ਗੁਰਦੇਵ ਦੇ ਚਰਨ ਪਲੋਸ ਕੇ ਤੇ ਹੱਥ ਮੱਥੇ ਨੂੰ ਲਾਉਂਦਾ ਹੈ ਨਾ, ਵੀ ਵੱਡੇ ਭਾਗ ਹੋ ਗਏ, ਅੱਜ ਕਿਰਪਾ ਵਰਤ ਗਈ। ਜ਼ਿੰਦਗੀ ਦੀ ਇੱਕ ਇੱਛਾ ਸੀ, ਅੱਜ ਗੁਰੂ ਨੇ ਰਹਿਮਤ ਕੀਤੀ ਹੈ, ਚਰਨਾਂ ਦੇ ਦਰਸ਼ਨ ਹੋ ਗਏ ਨੇ, ਚਰਨਾਂ ਦੀ ਸੇਵਾ ਮਿਲ ਗਈ ਹੈ ਤੇ ਚਰਨ ਸਪਰਸ਼ ਹੋ ਗਏ ਨੇ। ਜਿਵੇਂ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਆ ਨਾ, ਇੱਕ ਬਚਨ ਮਹਾਰਾਜ ਜੀ ਨੇ ਲਿਖਿਆ, ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਦਾਰ। ਜਿਨ੍ਹਾਂ ਨੇ ਗੁਰੂ ਨਾਨਕ ਦੇ ਚਰਨਾਂ ਦਾ ਸਪਰਸ਼ ਕਰ ਲਿਆ। ਸਪਰਸ਼ ਕਰਨਾ ਹੀ ਚਰਨ ਪਲੋਸਨੇ, ਜਾਂ ਇੱਕ ਮੂੰਡ ਪਲੋਸਣਾ ਹੁੰਦਾ, ਇੱਕ ਚਰਨ ਪਲੋਸਨੇ। ਮੂੰਡ ਪਲੋਸਣਾ ਸਿਰ ਤੇ ਹੱਥ ਫੇਰਨਾ, ਚਰਨ ਪਲੋਸਨੇ ਚਰਨਾਂ ਤੇ ਹੱਥ ਫੇਰ ਕੇ ਆਪਣੇ ਸਿਰ ਦੇ ਉੱਪਰ ਰੱਖ ਲੈਣਾ। ਸੋ ਇਸ ਵੇਲੇ ਸਿੱਖ ਨੇ ਸੇਵਾ ਕੀਤੀ। ਫਿਰ ਮਹਾਰਾਜ ਜੀਆਂ ਨੂੰ
ਸੁੰਦਰ ਆਸਨ ਪਰ ਬਿਠਾ ਕਰਕੇ ਹੱਥੀਂ ਪ੍ਰਸ਼ਾਦਾ ਛਕਾਇਆ। ਮਹਾਰਾਜ ਨੇ ਅਸੀਸ ਦਿੱਤੀ। ਫਿਰ ਪੁੱਛਿਆ ਵੀ ਕਿ ਮਹਾਰਾਜ ਆਪ ਉਸ ਕੈਦ ਵਿੱਚੋਂ ਕਿਵੇਂ ਆਏ ਹੋ। ਮਹਾਰਾਜ ਨੇ ਤਰੁੱਠ ਕੇ ਕਿਹਾ ਕਿ ਭਾਈ ਸਿੱਖਾ, ਜਦੋਂ ਕੋਈ ਸਾਨੂੰ ਪ੍ਰੇਮ ਨਾਲ ਯਾਦ ਕਰਦਾ ਨਾ, ਉੱਥੇ ਫਿਰ ਸਾਡੇ ਲਈ ਕੋਈ ਕੈਦ ਨਹੀਂ ਹੈ। ਕੈਦ ਤੇ ਸੰਸਾਰਿਕ ਵਿਖਾਵਾ। ਇੱਕ ਸੰਸਾਰ ਦੇ ਲੋਕਾਂ ਨੂੰ ਲੱਗਦਾ, ਬਾਦਸ਼ਾਹ ਵਰਗਿਆਂ ਨੂੰ ਲੱਗਦਾ ਵੀ ਅਸੀਂ ਪਿੰਜਰੇ ਵਿੱਚ ਢੱਕ ਲਿਆ, ਹੁਣ ਮਹਾਰਾਜ ਕੁਛ ਨਹੀਂ ਕਰ ਸਕਦੇ। ਲੇਕਿਨ ਜਿਤਨੇ ਉਹ ਸਰਬਾਗਿਆ ਹਨ, ਜਿਤਨੇ ਸਮਰੱਥ ਹਨ, ਉਹਨਾਂ ਲਈ ਇਹ ਸੰਸਾਰਿਕ ਜੰਜੀਰਾਂ ਕੁਝ ਵੀ ਨਹੀਂ ਹਨ, ਇੱਕ ਖਿੰਨ ਵਿੱਚ ਤੋੜਨ ਦੀ ਸਮਰੱਥਾ ਰੱਖਦੇ ਨੇ। ਸੋ ਜਿਵੇਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਾਖੀ ਦਾ ਹਵਾਲਾ ਥੋੜ੍ਹਾ ਲੰਬੇਰਾ ਯਤਨ ਕਰਾਂਗੇ ਅਗਲਿਆਂ ਦੀਵਾਨਾਂ ਵਿੱਚ ਰਹਿੰਦੀ ਸਾਖੀ ਵਿਸਤਾਰ ਸਹਿਤ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਜੀ। ਅੱਜ ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ। ਇਤਿਹਾਸ ਵਾਚਦੀਆਂ ਹੋਈਆਂ ਬੇਅੰਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਅਣਜਾਣ ਸਮਝ ਕਰ ਖਿਮਾ ਕਰਨੀਆਂ ਜੀ। ਆਓ ਖੀਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਵਸਤਰ ਸਾਤ ਕੋ ਛਨ ਕਰ ਨੀਕੇ, ਪੁਨੈ ਭਲੋ ਸਤ ਆਸਰੈ ਜੀ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।